होटल गुर सेवियै ऐनस सहज सुभाए दर्शन परसियै गुरु कै जन्म मरण दुख जाए सिफत खसामदी नूर अरसों कुरसों चटियै डिठे सच्चे पातशाह माल जन्म जन्म दी कटियै सच्चे पातशाह माल जन्म जन्म दी कटियै सतनाम श्री वाहिगुरु साहिब जीओ सूही महला चौथा तू करता सब किछ आपे जाना क्या तुद पे आख सुनाइया बुरा भला तुद सबके सूझै जेहा को करे तेहा को पाइया मेरे साहिब तू अंतर की बिद जाना बुरा भला तुद सबके सूझै तुद भावै तिवै बुलावै तू करता सब किछ आपे जाना क्या तुद पै आख सुनाइया वाहिगुरु जी का खालसा वाहिगुरु जी की फतेह। सतगुरां दी साजी नवाजी गुरु की संगत धन गुरु ग्रंथ साहिब जियां ने महान किरपा की है जो अमृत वेले तो सतगुरां दी बाणी पढ़न वास्ते सरवण करन वास्ते प्राप्त हो रही है। आओ अपने मन दे ध्यान नूं टकाइए भावना दे नाल सतगुरां दे अमृत बचन सरवण करिए मिल के आखिए सतनाम श्री वाहिगुरु साहिब जी सतनाम श्री वाहिगुरु साहिब जीओ सूही महला चौथा सूही राग दा ਇਹ ਸ਼ਬਦ ਹੈ गुरु रामदास महाराज जी ਦੇ 12 ਸ਼ਬਦ ਆਪਾਂ ਸਰਵਣ ਕਰ ਲੈਣੇ। ਇਹ ਮਹਾਰਾਜ ਅੱਜ 13ਵਾਂ ਸ਼ਬਦ ਜਿਹੜਾ ਹੈ ਉਹ ਬਖਸ਼ਿਸ਼ ਕਰ ਰਹੇ ਨੇ। 735 ਅੰਗ ਦੇ ਉੱਪਰ ਇਹ ਜੋ ਸ਼ਬਦ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅੰਕਿਤ ਹੈ ਬਿਰਾਜਮਾਨ ਹੈ। ਗੁਰੂ ਰਾਮਦਾਸ ਮਹਾਰਾਜ ਜੀ ਇਹ 13ਵਾਂ ਸ਼ਬਦ ਸੂਹੀ ਰਾਗ ਦੇ ਅੰਦਰ 735 ਅੰਗ ਦੇ ਉੱਪਰ ਬਖਸ਼ਿਸ਼ ਕਰਦੇ ਹਨ। ਤੂੰ ਕਰਤਾ ਸਭ ਕਿਛ ਆਪੇ ਜਾਣਾ ਸਤਿਗੁਰੂ ਬਖਸ਼ਿਸ਼ ਕਰਦੇ ਐ ਕਰਤੇ ਅਕਾਲ ਪੁਰਖ ਤੁਸੀਂ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਹੋ ਅਤੇ ਆਪ ਹੀ ਬਣਾ ਕੇ ਸਾਰਿਆਂ ਦੇ ਮਨ ਦੀ ਜਾਣਨ ਵਾਲੇ ਹੋ। ਬਣਾਉਣ ਵਾਲੇ ਵੀ ਆਪ ਹੋ ਬਣਾ ਕੇ ਜੀਵਾਂ ਦੇ ਦੁੱਖ ਸੁੱਖ ਨੂੰ ਆਪ ਭਲੀ ਭਾਂਤ ਚੰਗੀ ਤਰ੍ਹਾਂ ਜਾਣਦੇ ਹੋ। ਕਿਆ ਤੁਧ ਪੈ ਆਖ ਸੁਣਾਈਏ ਆਪ ਜੀ ਨੂੰ ਕਿਹੜਾ ਬਚਨ ਕਹਿ ਕੇ ਸੁਣਾਈਏ। ਸੁਣਾਇਆ ਉਹਨੂੰ ਜਾਂਦਾ ਹੈ ਜਿਹਨੂੰ ਪਤਾ ਨਾ ਹੋਵੇ ਜਿਹਨੂੰ ਅਸੀਂ ਲੰਮੇ ਸਮੇਂ ਬਾਅਦ ਮਿਲੇ ਹਨ ਉਹ ਸਾਨੂੰ ਪੁੱਛਦਾ ਹੈ ਸੁਣਾ ਤੇਰਾ ਕੀ ਹਾਲ ਹੈ। ਉਹਨੂੰ ਸਾਡੇ ਹਾਲ ਦਾ ਪਤਾ ਨਹੀਂ ਹੈ ਉਹਨੇ ਸਾਨੂੰ ਤਾਂ ਆਖਿਆ ਵੀ ਸੁਣਾ ਤੇ ਅਸੀਂ ਆਪਣਾ ਹਾਲ ਉਹਨੂੰ ਸੁਣਾ ਦਿੱਤਾ ਮੈਨੂੰ ਇਹ ਦੁੱਖ ਆਇਆ ਇਹ ਸੁੱਖ ਆਇਆ ਹੈ। ਪਰ ਮਹਾਰਾਜ ਕਹਿਣ ਲੱਗੇ ਉਹ ਅਕਾਲ ਪੁਰਖ ਤੇ ਤੇਰੇ ਮਨ ਦੀ ਜਾਣਦਾ ਪਿਆ ਹੈ ਘਟ ਘਟ ਕੇ ਅੰਤਰ ਕੀ ਜਾਣਤ ਤੇ ਫਿਰ ਉਹਦੇ ਅੱਗੇ ਸੁਣਾਉਣਾ ਕੀ ਹੈ ਉਹਦੇ ਅੱਗੇ ਕਹਿਣਾ ਕੀ ਹੈ। ਤੂੰ ਕਰਤਾ ਸਭ ਕੁਛ ਆਪੇ ਜਾਣ ਹੈ ਕਰਤੇ ਅਕਾਲ ਪੁਰਖ
ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈ ਵੀ ਮਹਾਰਾਜ ਮੈਨੂੰ ਇਹ ਦੁੱਖ ਹੈ, ਮੈਨੂੰ ਇਹ ਸੁੱਖ ਹੈ, ਮੈਨੂੰ ਇਹ ਚਾਹੀਦਾ ਹੈ। ਨਹੀਂ, ਤੁਸੀਂ ਆਪੇ ਹੀ ਸਭ ਕੁਝ ਜਾਣਦੇ ਹੋ, ਤੁਸੀਂ ਅੰਤਰਜਾਮੀ ਹੋ। ਬੁਰਾ ਭਲਾ ਤੁਧ ਸਭ ਕੇ ਸੂਝੈ। ਕਿਆ ਤੁਧ ਆਖ ਸੁਣਾਈਏ, ਤੁਹਾਨੂੰ ਕਹਿ ਕੇ ਕੀ ਸੁਣਾਈਏ, ਤੁਹਾਨੂੰ ਕਹਿ ਕੇ ਕੀ ਦਸੀਏ। ਕੋਈ ਬਚਨ ਦੱਸਣ ਵਾਲਾ ਹੈ ਹੀ ਨਹੀਂ, ਤੁਸੀਂ ਆਪਣੇ ਆਪ ਹੀ ਜਾਣਦੇ ਹੋ। ਆਪਣੇ ਆਪ ਜਾਣਨ ਦਾ ਇਤਿਹਾਸ ਭਾਈ ਵਿਧੀ ਚੰਦ ਜਦੋਂ ਪੱਟੀ ਸ਼ਹਿਰ ਵਿੱਚ ਘੇਰੇ ਗਏ ਨਾ, ਤੇ ਉਹਨਾਂ ਨੂੰ ਪਤਾ ਵੀ ਮੇਰਾ ਗੁਰੂ ਜਾਣਦਾ ਹੈ ਕਿ ਮੈਂ ਮੁਸੀਬਤ ਵਿੱਚ ਪੈ ਗਿਆ। ਬਲਦੇ ਹੋਏ ਭੱਠ ਵਿੱਚ ਬੈਠ ਗਏ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਮੋਗੇ ਦੇ ਨੇੜੇ ਨਗਰ ਹੈ ਡਰੌਲੀ, ਉੱਥੇ ਬਿਰਾਜਮਾਨ ਹੋਏ। ਤੇ ਸਤਿਗੁਰਾਂ ਨੇ ਆਖਿਆ ਠੰਡੇ ਜਲ ਦੀਆਂ ਗਾਗਰਾਂ ਲਿਆ ਕੇ ਸਾਡੇ ਉੱਪਰ ਪਾਓ। ਮਹਾਰਾਜ ਕਹਿਣ ਲੱਗੇ ਕਿ ਉਹ ਸਭ ਕੁਝ ਆਪ ਜਾਣਦਾ ਹੈ, ਉਹਨੂੰ ਦੱਸਣ ਦੀ ਲੋੜ ਨਹੀਂ ਹੈ ਵੀ ਤੁਹਾਡਾ ਫਲਾਣਾ ਸਿੱਖ ਮੁਸੀਬਤ ਵਿੱਚ ਪੈ ਗਿਆ ਤੇ ਉਹਨੂੰ ਜਾ ਕੇ ਆਪ ਜੀ ਕੱਢ ਕੇ ਆਓ। ਨਹੀਂ, ਉਹ ਆਪਣੇ ਆਪ ਹੀ ਸਭ ਕੁਝ ਜਾਣਦਾ ਹੈ। ਇਸ ਕਰਕੇ ਉਹਨੂੰ ਕੀ ਕਹਿ ਕੇ ਸੁਣਾਉਣਾ ਕਰੀਏ। ਬੁਰਾ ਭਲਾ ਤੁਧ ਸਭ ਕੇ ਸੂਝੈ। ਇਸ ਜੀਵ ਦੇ ਬੁਰੇ ਕਰਮ ਤੇ ਭਲੇ ਕਰਮ ਸਾਰੇ ਤੁਸੀਂ ਜਾਣਦੇ ਹੋ। ਤੁਹਾਨੂੰ ਪਤਾ ਹੈ ਵੀ ਆਹ ਬੰਦਾ ਇੰਨੇ ਪਾਪ ਕਰਕੇ ਆਇਆ ਹੈ, ਇਹ ਬੰਦਾ ਇੰਨੇ ਪੁੰਨ ਕਰਕੇ ਆਇਆ ਹੈ। ਬੁਰੇ ਕਰਮ ਭਲੇ ਕਰਮ ਦੁਨੀਆ ਤੋਂ ਛੁਪਾਏ ਜਾ ਸਕਦੇ, ਪਰ ਕਰਤੇ ਤੇਰੇ ਕੋਲੋਂ ਨਹੀਂ ਛੁਪਾਏ ਜਾ ਸਕਦੇ। ਆਪ ਜੀ ਬੁਰੇ ਤੇ ਭਲੇ ਕਰਮਾਂ ਨੂੰ ਜਾਣਦੇ ਹੋ, ਸਭ ਕੁਝ ਤੁਹਾਨੂੰ ਪਤਾ ਹੈ। ਸੋ ਐਸੇ ਆਪ ਜੀ ਸਮਰੱਥ ਹੋ। ਆਪ ਜੀ ਦੀ ਮਹਿਮਾ ਜਿਹੜੀ ਹੈ ਉਹ ਕਥਨ ਨਹੀਂ ਕੀਤੀ ਜਾਂਦੀ ਹੈ। ਤੁਧ ਭਾਵੈ ਤਿਵੈ ਬੁਲਾਵੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹਾ ਕੋ ਕਰੇ ਤਿਹਾ ਕੋ ਪਾਈਏ। ਜਿਸ ਤਰ੍ਹਾਂ ਦੇ ਬੰਦਾ ਕਰਮ ਕਰਦਾ ਹੈ ਉਸ ਤਰ੍ਹਾਂ ਦਾ ਹੀ ਫਲ ਉਸ ਨੂੰ ਪ੍ਰਾਪਤ ਹੁੰਦਾ ਹੈ। ਜੇ ਪਾਪ ਕਰਮ ਕੀਤਾ ਹੈ ਉਹਦਾ ਫਲ ਦੁੱਖ, ਜੇ ਪੁੰਨ ਕਰਮ ਕੀਤਾ ਹੈ ਤੇ ਉਹਦਾ ਫਲ ਸੁੱਖ ਜ਼ਰੂਰ ਮਿਲੇਗਾ। ਜਿਸ ਤਰ੍ਹਾਂ ਦੇ ਮਨੁੱਖ ਕਰਮ ਕਰਦਾ ਹੈ ਉਹੋ ਜਿਹਾ ਫਲ ਪਾਉਂਦਾ ਹੈ। ਬੁਰਾ ਭਲਾ ਤੁਧ ਸਭ ਕੇ ਸੂਝੈ। ਜਿਹਾ ਕੋ ਕਰੇ ਤਿਹਾ ਕੋ ਪਾਈਐ। ਜਿਸ ਤਰ੍ਹਾਂ ਦੇ ਕਰਮ ਵਿਅਕਤੀ ਕਰੇਗਾ, ਜਿਵੇਂ ਅਸੀਂ ਧਰਤੀ ਦੇ ਵਿੱਚ ਬੀਜ ਬੀਜਦੇ ਹਾਂ, ਜਿਹੜਾ ਬੀਜ ਬੀਜਿਆ ਹੈ ਫਸਲ ਉਹੀ ਪੈਦਾ ਹੋਵੇਗੀ। ਮੰਨ ਲਓ ਕਿ ਜੇ ਅਸੀਂ ਸੇਬ ਦਾ ਬੂਟਾ ਲਾਇਆ ਤੇ ਸੇਬ ਹੀ ਲੱਗਣਗੇ, ਉਹਨੂੰ ਅਨਾਰ ਨਹੀਂ ਲੱਗਣਗੇ। ਕਣਕ ਦਾ ਬੀਜ ਬੀਜਿਆ ਹੈ ਤੇ ਕਣਕ ਹੀ ਪੈਦਾ ਹੋਵੇਗੀ, ਝੋਨਾ ਪੈਦਾ ਨਹੀਂ ਹੋਵੇਗਾ। ਇਹ ਸਾਡਾ ਸਰੀਰ ਵੀ ਖੇਤ ਹੀ ਹੈ, ਜਿਵੇਂ ਦਾ ਕਰਮ ਬੀਜ ਲਵਾਂਗੇ ਉਵੇਂ ਦਾ ਹੀ ਫਲ ਆ ਕੇ ਪ੍ਰਾਪਤ ਹੋਣਾ ਹੈ। ਮੇਰੇ ਸਾਹਿਬ ਤੂੰ ਅੰਤਰ ਕੀ ਬਿਦ ਜਾਣੈ। ਮੇਰੇ ਸਾਹਿਬ, ਮੇਰੇ ਮਾਲਕ, ਤੂੰ ਅੰਦਰ ਦੀ ਵਿਧੀ ਨੂੰ ਜਾਣਦਾ ਹੈ। ਮੇਰੇ ਅੰਦਰ ਕੀ ਚੱਲਦਾ ਪਿਆ ਹੈ ਮੇਰੇ ਨਾਲ ਬੈਠੇ ਨੂੰ ਨਹੀਂ ਪਤਾ ਹੈ, ਪਰ ਇੱਕ ਗੁਰੂ ਇਹੋ ਜਿਹਾ ਪਰਮਾਤਮਾ ਇਸ ਤਰ੍ਹਾਂ ਦਾ ਹੈ ਜਿਹੜਾ ਅੰਦਰ ਦੀ ਜਾਣਦਾ ਹੈ। ਘਟ ਘਟ ਕੇ ਅੰਤਰ ਕੀ ਜਾਣਦਾ ਹੈ। ਹਰੇਕ ਹਿਰਦੇ ਦੀ, ਇੱਕ ਦੀ ਨਹੀਂ, ਜਿੰਨੀ ਕਾਇਨਾਤ ਸ੍ਰਿਸ਼ਟੀ ਬਣਾਈ ਹੈ ਸਭ ਦੀ ਉਹ ਵਿਧੀ ਨੂੰ ਜਾਣਦੇ ਹਨ। ਬੁਰਾ ਭਲਾ ਤੁ ਸਭ ਕੇ ਸੂਝੈ। ਚੰਗਾ ਕਰਮ ਮਾੜਾ ਕਰਮ ਤੁਹਾਨੂੰ ਸਭ ਕੁਝ ਪਤਾ ਹੈ, ਤੁਸੀਂ ਸਭ ਕੇ ਜਾਣਦੇ ਹੋ। ਕਹਿਣ ਲੱਗੇ ਤੁਰੇ ਜਾ ਰਹੇ ਨਾ, ਰਾਜਾ ਦੁਰਯੋਧਨ ਤੁਰਿਆ ਜਾ ਰਿਹਾ ਤੇ ਰਸਤੇ ਵਿੱਚ ਕੀ ਵੇਖਦਾ ਵੀ ਇੱਕ ਲੜਕੀ ਬੱਚੇ ਨੂੰ ਜਨਮ ਦੇ ਰਹੀ ਹੈ, ਪਰ ਜਨਮ ਹੋ ਨਹੀਂ ਰਿਹਾ। ਲੜਕੀ ਬੜੇ ਦੁੱਖ ਦੇ ਵਿੱਚ ਹੈ ਤੇ ਰਾਜੇ ਨੇ ਆਪਣੇ ਅੱਖਾਂ ਤੇ ਪੱਟੀ ਬੰਨ੍ਹ ਲਈ ਵੀ ਮੈਂ ਮਰਦਾ ਤੇ ਇਹ ਔਰਤ ਹੈ। ਅੱਖਾਂ ਤੇ ਪੱਟੀ ਬੰਨ੍ਹ ਕੇ ਉਹਦੀ ਮਦਦ ਕੀਤੀ ਤੇ ਬੱਚੇ ਦਾ ਜਨਮ ਕਰਵਾਇਆ। ਤੇ ਜਦੋਂ ਜਨਮ ਕਰਵਾ ਕੇ ਭਗਵਾਨ ਕ੍ਰਿਸ਼ਨ ਜੀਆਂ ਦੇ ਕੋਲ ਗਏ ਤੇ ਉਹ ਬੜੇ ਖੁਸ਼ ਹੋਏ, ਕਹਿਣ ਲੱਗੇ ਅੱਜ ਤੁਸੀਂ ਬੜਾ ਚੰਗਾ ਕੰਮ ਕਰਕੇ ਆਏ। ਹੁਣ ਦੁਰਯੋਧਨ ਨੇ ਦੱਸਿਆ ਤੇ ਨਹੀਂ ਨਾ ਜਾ ਕੇ ਵੀ ਮੈਂ ਆਹ ਕੰਮ ਕਰਕੇ ਆਇਆ, ਬਿਨਾਂ ਦੱਸਣ ਤੋਂ ਹੀ ਪਤਾ ਲੱਗਾ ਵੀ ਅੱਜ ਚੰਗਾ ਕਰਮ ਕਰਕੇ ਆਇਆ ਹੈ। ਸਤਿਗੁਰੂ ਕਹਿਣ ਲੱਗੇ ਬੁਰਾ ਭਲਾ ਤੁਸੀਂ ਸਭ ਕੀ ਸੂਝੈ।
ਜੇ ਮੇਰੇ ਚੰਗੇ ਕੰਮ ਦਾ ਤੁਹਾਨੂੰ ਪਤਾ ਤੇ ਮੇਰੇ ਮਾੜੇ ਦਾ ਵੀ ਤੁਹਾਨੂੰ ਪਤਾ ਹੈ, ਤੁਸੀਂ ਸਭ ਕੁਝ ਜਾਣਦੇ ਹੋ। ਜਿਹਾ ਕੋ ਕਰੇ ਤਿਹਾ ਕੋ ਪਾਈਐ। ਸਤਿਗੁਰੂ ਕਹਿਣ ਲੱਗੇ ਤੁਧ ਭਾਵੈ ਤਿਵੈ ਬੁਲਾਵੈ। ਜਿਵੇਂ ਆਪ ਜੀ ਨੂੰ ਭਾਉਂਦਾ ਹੈ, ਜਿਵੇਂ ਆਪ ਜੀ ਨੂੰ ਚੰਗਾ ਲੱਗਦਾ ਹੈ, ਉਵੇਂ ਹੀ ਜੀਵਾਂ ਦੇ ਪਾਸੋਂ ਬੁਲਾਉਂਦੇ ਹੋ। ਜਿਹੜੇ ਆਪਾਂ ਸ਼ਬਦ ਬੋਲਦੇ ਪਏ ਨਾ, ਸਾਡੇ ਮੂੰਹ ਵਿੱਚੋਂ ਗੱਲ ਨਿਕਲਦੀ ਹੈ, ਅਲਫਾਜ਼ ਨਿਕਲਦੇ, ਇਹ ਵੀ ਤੇਰੇ ਹੁਕਮ ਤੋਂ ਬਾਹਰ ਹੀ ਨਹੀਂ। ਜਿਸ ਤਰ੍ਹਾਂ ਦਾ ਤੂੰ ਬੁਲਾਉਣਾ ਚਾਹਣਾ ਉਸ ਤਰ੍ਹਾਂ ਦੇ ਬਚਨ ਮੂੰਹੋਂ ਬੋਲਦੇ ਹਾਂ। ਰਹਾਉ ਸਭ ਮੋਹ ਮਾਇਆ ਸਰੀਰ ਹਰ ਕੀਆ। ਸਤਿਗੁਰੂ ਕਹਿਣ ਲੱਗੇ ਇਹ ਜਿੰਨੇ ਵੀ ਸਰੀਰ ਬਣਾਏ ਨਾ, ਇਕੱਲੇ ਮਨੁੱਖਾਂ ਦਾ ਨਹੀਂ, ਪਸ਼ੂਆਂ ਦੇ ਵੀ ਸਰੀਰ ਨੇ, ਪੰਛੀਆਂ ਦੇ ਵੀ ਸਰੀਰ ਨੇ, ਕੀੜੇ ਮਕੌੜੇ ਪਤਾ ਨਹੀਂ ਕਿੰਨੇ ਕੁ ਬਣੇ ਦੁਨੀਆ ਤੇ, ਪਰ ਪਰਮਾਤਮਾ ਨੇ ਮੋਹ ਸਾਰਿਆਂ ਵਿੱਚ ਹੀ ਪਾਇਆ ਹੋਇਆ। ਸਾਰੇ ਸਰੀਰਾਂ ਵਿੱਚ ਹੀ ਮਾਇਆ ਦਾ ਮੋਹ ਉਹਨੇ ਪਾਇਆ ਹੋਇਆ। ਵਿਦਵਾਨ ਕਹਿੰਦੇ ਨੇ ਬਾਂਦਰੀ ਦਾ ਬੱਚਾ ਮਰ ਜਾਵੇ ਨਾ, ਤੇ ਜਿੰਨਾ ਚਿਰ ਅੱਗੇ ਬੱਚਾ ਜਨਮ ਲੈ ਨਹੀਂ ਲੈਂਦਾ, ਹੋਰ ਉਹ ਮਰੇ ਬੱਚੇ ਦੇ ਪਿੰਜਰ ਨੂੰ ਚੁੱਕ ਕੇ ਤੁਰੀ ਫਿਰਦੀ ਹੈ। ਇਹ ਮੋਹ ਕੱਲਾ ਮਨੁੱਖਾਂ ਵਿੱਚ ਨਹੀਂ, ਪਸ਼ੂਆਂ ਦੇ ਵਿੱਚ ਵੀ ਹੈ, ਪੰਛੀਆਂ ਦੇ ਵਿੱਚ ਵੀ ਹੈ। ਪਸ਼ੂ ਪੰਛੀ ਵੀ ਆਪਣੇ ਬੱਚਿਆਂ ਵਾਸਤੇ ਦੂਜਿਆਂ ਦੇ ਨਾਲ ਜੰਗ ਕਰਦੇ। ਸਤਿਗੁਰੂ ਕਹਿਣ ਲੱਗੇ ਸਾ ਮੋਹ ਮਾਇਆ ਸਰੀਰ ਹਰ ਕੀਆ। ਜਿੰਨੇ ਵੀ ਸਰੀਰ ਹਰੀ ਨੇ, ਪਰਮਾਤਮਾ ਨੇ ਪੈਦਾ ਕੀਤੇ, ਸਾਰਿਆਂ ਸਰੀਰਾਂ ਵਿੱਚ ਹੀ ਮਾਇਆ ਦਾ ਮੋਹ ਉਸਨੇ ਪਾਇਆ ਹੋਇਆ ਹੈ। ਵਿੱਚ ਦੇਹੀ ਮਾਨੁਖ ਭਗਤ ਕਰਾਈ। ਪਰ ਇਹ ਜਿਹੜੀ ਮਨੁੱਖਾ ਦੇਹੀ ਹੈ ਨਾ, ਇਹਦੇ ਵਿੱਚ ਭਗਤੀ ਬੰਦਾ ਕਰ ਸਕਦਾ, ਨਾਮ ਜਪਿਆ ਜਾ ਸਕਦਾ। ਦੂਜਿਆਂ ਸਰੀਰਾਂ ਵਿੱਚ ਨਾਮ ਨਹੀਂ ਜਪਿਆ ਜਾਂਦਾ, ਦੂਜੇ ਸਰੀਰਾਂ ਵਿੱਚ ਮੁਕਤੀ ਨਹੀਂ ਮਿਲਦੀ ਹੈ। ਮੁਕਤੀ ਮਿਲੇਗੀ ਮਨੁੱਖਾ ਸਰੀਰ ਦੇ ਵਿੱਚ ਆ ਕੇ, ਕਿਉਂਕਿ ਇਹਦੇ ਵਿੱਚ ਆ ਕੇ ਭਗਤੀ ਹੁੰਦੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੰਗਲ ਵਿੱਚ ਬੈਠੇ ਤੇ ਕੀਰਤਨ ਸ਼ਬਦ ਪੜ੍ਹਦੇ ਪਏ, ਤੇ ਜੰਗਲ ਦੇ ਸ਼ੇਰ ਮਹਾਰਾਜ ਦੇ ਕੋਲ ਆ ਕੇ ਬੈਠ ਗਿਆ। ਸੁਣਿਆ ਸ਼ਬਦ ਤੇ ਮਹਾਰਾਜ ਨੇ ਬਚਨ ਆਖਿਆ, ਕਹਿਣ ਲੱਗੇ ਅਗਲਾ ਜਨਮ ਤੁਹਾਨੂੰ ਮਨੁੱਖਾਂ ਦਾ ਮਿਲੇਗਾ, ਤੇ ਮਨੁੱਖ ਜਨਮ ਵਿੱਚ ਜਾ ਕੇ ਬੰਦਗੀ ਕਰਿਓ, ਨਾਮ ਜਪਿਓ, ਮੁਕਤ ਹੋ ਜਾਓਗੇ। ਭਾਵ ਇਹ ਹੈ ਕਿ ਮੁਕਤੀ ਮਨੁੱਖਾ ਜਨਮ ਦੇ ਵਿੱਚ ਹੈ। ਇਸ ਕਰਕੇ ਸਤਿਗੁਰੂ ਕਹਿਣ ਲੱਗੇ ਵਿੱਚ ਦੇਹੀ ਮਾਨੁਖ ਭਗਤ ਕਰਾਈ। ਇਸ ਮਨੁੱਖਾ ਦੇਹੀ ਦੇ ਵਿੱਚ ਪਰਮਾਤਮਾ ਭਗਤੀ ਕਰਵਾਉਂਦਾ ਹੈ। ਇਕ ਨਾ ਸਤਿਗੁਰ ਮੇਲ ਸੁਖ ਦੇਵੈ। ਇੱਕ ਉਹ ਗੁਰਮੁਖ ਨੇ ਜਿਨ੍ਹਾਂ ਨੂੰ ਗੁਰੂ ਮਿਲਦਾ ਹੈ, ਸਤ ਸੰਗਤ ਵਿੱਚ ਆ ਕੇ ਬੈਠੇ ਨੇ, ਗੁਰੂ ਦਾ ਅੰਮ੍ਰਿਤ ਛਕਿਆ ਹੈ। ਇੱਕ ਉਹ ਨੇ ਜਿਨ੍ਹਾਂ ਨੂੰ ਪੂਰਾ ਗੁਰੂ ਮਿਲਦਾ ਹੈ, ਤੇ ਜਿਹਨੂੰ ਗੁਰੂ ਮਿਲ ਗਿਆ ਉਸ ਨੂੰ ਸਰੀਰ ਦੇ ਸੁੱਖ ਤੇ ਆਤਮਿਕ ਸੁੱਖ, ਪਰਿਵਾਰ ਦੇ ਸੁੱਖ ਪ੍ਰਾਪਤ ਹੁੰਦੇ ਹਨ। ਇੱਕ ਮਨਮੁਖ ਧੰਦ ਪਟਾਈ। ਤੇ ਦੂਸਰੇ ਪਾਸੇ ਮਨਮੁਖ ਨੇ, ਉਹ ਕਹਿੰਦੇ ਸਾਨੂੰ ਗੁਰੂ ਨਹੀਂ ਚਾਹੀਦਾ, ਸਾਨੂੰ ਧੰਦੇ ਚਾਹੀਦੇ, ਕੰਮ ਚਾਹੀਦਾ, ਬਿਜ਼ਨਸ ਚਾਹੀਦਾ, ਵਪਾਰ ਚਾਹੀਦਾ, ਰੁਜ਼ਗਾਰ ਚਾਹੀਦਾ। ਮਨਮੁਖ ਬੰਦਾ ਇਹ ਗੱਲ ਭੁੱਲ ਜਾਂਦਾ ਵੀ ਜਿਹਨੇ ਮੈਨੂੰ ਜਨਮ ਦਿੱਤਾ ਹੈ, ਜਿਨ ਜੀਓ ਦਿਆ ਸੋ ਰਿਜਕ ਅਮਰਾਵੇ। ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਰਾਤ ਪੈ ਗਈ ਹੈ, ਲੰਗਰ ਨੇ, ਸੰਗਤ ਨੇ ਪ੍ਰਸ਼ਾਦਾ ਛਕ ਲਿਆ, ਲੰਗਰ ਦੇ ਭਾਂਡੇ ਮੂਧੇ ਮਾਰ ਦਿਓ। ਸੇਵਕਾਂ ਨੇ ਆਖਿਆ ਮਹਾਰਾਜ ਕੋਈ ਦਾਲ ਪ੍ਰਸ਼ਾਦਾ ਬਚ ਗਿਆ, ਕੱਲ ਨੂੰ ਛਕਾਂਗੇ। ਸਤਿਗੁਰੂ ਕਹਿਣ ਲੱਗੇ ਉਹ ਭਲੇ ਹੋ ਜਿਹਨੇ ਕੱਲ ਨੂੰ ਜ਼ਿੰਦਗੀ ਦੇਣੀ ਹੈ ਨਾ, ਕੱਲ ਨੂੰ ਰਿਜ਼ਕ ਵੀ ਦੇਵੇਗਾ। ਸਤਿਗੁਰੂ ਕਹਿਣ ਲੱਗੇ ਮਨਮੁਖ ਬੰਦਾ ਇਸ ਗੱਲ ਨੂੰ ਸਮਝਦਾ ਨਹੀਂ ਹੈ। ਮਨਮੁਖ ਇਹ ਕਹਿੰਦਾ ਆ ਵੀ ਮਿਲ ਜਾਵੇ, ਆ ਵੀ ਮਿਲ ਜਾਵੇ, ਇਹ ਧੰਦਾ ਕਰ ਲਵਾਂ, ਇਹ ਧੰਦਾ ਕਰ ਲਵਾਂ। ਸਾਰੀ ਉਮਰ ਧੰਦਿਆਂ ਦੇ ਵਿੱਚ ਹੀ ਪਿੱਟਦੇ ਰਹਿੰਦੇ, ਰੋਂਦੇ ਰਹਿੰਦੇ, ਦੁਖੀ ਹੋਏ ਰਹਿੰਦੇ। ਐਸੀ ਮਨਮੁਖ ਦੀ ਹਾਲਤ ਹੈ। ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ। ਕਰਤੇ ਅਕਾਲ ਪੁਰਖ, ਇਹ ਸਭ ਕੁਝ ਤੇਰਾ ਹੀ ਹੈ। ਦੁਨੀਆ ਵੀ ਤੂੰ ਬਣਾਈ, ਸੰਸਾਰ ਵੀ ਤੂੰ ਬਣਾਇਆ। ਸਭ ਕੋ ਤੇਰਾ ਤੂੰ ਸਭਨਾ ਕਾ, ਅਤੇ ਤੂੰ ਸਾਰਿਆਂ ਦਾ ਮਾਲਕ ਹੈ। ਸਾਰੀ ਸ੍ਰਿਸ਼ਟੀ ਜਿਹੜੀ ਹੈ ਨਾ, ਇਹ ਸਾਰੀ ਤੇਰੀ ਪ੍ਰਾਪਰਟੀ ਹੈ, ਕਿਉਂਕਿ ਸਾਰੀ ਦਾ ਤੂੰ ਖੁਦ ਮਾਲਕ ਹੈ। ਮਹਾਰਾਜ ਬਖਸ਼ਦੇ ਹਨ। ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ। ਤੁਧ ਸਭਨਾ ਸਿਰ ਲਿਖਿਆ ਲੇਖ। ਉਸ ਪਰਮਾਤਮਾ ਨੇ ਸਾਰਿਆਂ ਦੇ ਮੱਥੇ ਤੇ ਲੇਖ ਲਿਖਿਆ। ਕੋਈ ਵੀ ਇਹੋ ਜਿਹਾ ਦੁਨੀਆ ਤੇ ਨਹੀਂ ਆਇਆ ਜਿਹਦੇ ਮੱਥੇ ਵਿੱਚ ਪਰਮਾਤਮਾ ਨੇ ਲੇਖ ਨਹੀਂ ਲਿਖਿਆ ਹੈ। ਤੁਸੀਂ ਗੁਰਬਾਣੀ ਪੜ੍ਹੋਗੇ ਨਾ,
ਗੁਰਬਾਣੀ ਵਿੱਚ ਜਿੱਥੇ ਲੇਖਾਂ ਦੀ ਗੱਲ ਆਵੇਗੀ ਉੱਥੇ ਬਚਨ ਆਵੇਗਾ ਵੀ ਲੇਖ ਤੇਰੇ ਮੱਥੇ ਤੇ ਲਿਖਿਆ ਹੈ। ਗੁਰਬਾਣੀ ਵਿੱਚ ਕਿਤੇ ਇਹ ਬਚਨ ਨਹੀਂ ਆਵੇਗਾ ਵੀ ਤੇਰੇ ਲੇਖ ਜਿਹੜੇ ਨੇ ਤੇਰੇ ਹੱਥ ਵਿੱਚ ਲਿਖੇ ਹੋਏ ਨੇ। ਪਰ ਸਾਨੂੰ ਕਰਮਾਂ ਦੀ ਕਿਤਾਬ ਪੜ੍ਹਾਉਣ ਵਾਲਾ ਸਾਡਾ ਹੱਥ ਫੜ ਕੇ ਬੈਠ ਜਾਂਦਾ ਹੈ, ਤੇਰੇ ਹੱਥ ਵਿੱਚ ਇਹ ਲਿਖਿਆ ਹੈ, ਇਹ ਦੁੱਖ ਲਿਖਿਆ ਹੈ, ਸੁੱਖ ਲਿਖਿਆ ਹੈ। ਹੱਥ ਤੇ ਬੰਦੇ ਵਰਗਾ ਬਾਂਦਰ ਦਾ ਵੀ ਹੈ, ਉਹਦੇ ਹੱਥ ਵਿੱਚ ਵੀ ਰੇਖਾ ਨੇ। ਪਰ ਗੱਲ ਇਹ ਆ ਵੀ ਬਾਂਦਰ ਦੇ ਕੁੜਤੇ ਨੂੰ ਜੇਬ ਨਹੀਂ ਲੱਗੀ, ਇਸ ਕਰਕੇ ਉਹਦਾ ਹੱਥ ਕੋਈ ਵਹਿੰਦਾ ਨਹੀਂ ਹੈ। ਬੰਦੇ ਦੇ ਕੁੜਤੇ ਨੂੰ ਜੇਬ ਲੱਗੀ ਹੈ ਤੇ ਜੇਬ ਦੇ ਵਿੱਚ ਪੈਸੇ ਨੇ, ਉਹਦਾ ਹੱਥ ਤਾਂ ਵੇਖਿਆ ਜਾਂਦਾ ਹੈ। ਸਤਿਗੁਰੂ ਬਚਨ ਕਰਦੇ ਕਹਿਣ ਲੱਗੇ, ਤੁਧ ਸਭਨਾ ਸਿਰ ਲਿਖਿਆ ਲੇਖ, ਐ ਪ੍ਰਮਾਤਮਾ ਚੰਗੇ ਮਾੜੇ ਲੇਖ ਜਿਵੇਂ ਦੇ ਮੈਂ ਕਰਮ ਕਮਾਏ ਉਵੇਂ ਦਾ ਲੇਖ ਤੂੰ ਮੱਥੇ ਤੇ ਲਿਖਿਆ ਹੈ। जेहि तू नदर करे तेहा को होवे। ਸਤਿਗੁਰੂ ਕਹਿਣ ਲੱਗੇ, ਜਿਸ ਤਰ੍ਹਾਂ ਦੀ ਤੁਸੀਂ ਕਿਰਪਾ ਦ੍ਰਿਸ਼ਟੀ ਕਰਦੇ ਹੋ ਉਸ ਤਰ੍ਹਾਂ ਦਾ ਹੀ ਅੱਗੇ ਕਾਰਿਕ੍ਰਮ ਬਣ ਜਾਂਦਾ ਹੈ। ਜਿਹੀ ਨਜ਼ਰ ਕਰੇ ਤੂੰ, ਜਿਸ ਤਰ੍ਹਾਂ ਦੀ ਤੁਸੀਂ ਨਜ਼ਰ ਕਰਦੇ ਹੋ, ਮਿਹਰ ਕਰਦੇ ਹੋ, ਤੇਹਾ ਕੋ ਹੋਵੇ, ਉਸ ਤਰ੍ਹਾਂ ਦੇ ਨਾਲ ਹੀ ਹੁੰਦਾ ਹੈ। बिन नदरी नाही को भेख। ਪਰਮਾਤਮਾ ਦੀ ਕਿਰਪਾ ਤੋਂ ਬਿਨਾ ਦੁਨੀਆ ਦੇ ਵਿੱਚ ਭੇਖ ਕਹੀਏ ਕੋਈ ਸਰੀਰ ਹੈ ਹੀ ਨਹੀਂ ਹੈ। ਭੇਖ ਦਾ ਅਰਥ ਵਿਦਵਾਨ ਕਰਦੇ ਸਰੀਰ। ਕੋਈ ਦੁਨੀਆ ਵਿੱਚ ਇਹੋ ਜਿਹਾ ਸਰੀਰ ਨਹੀਂ ਜਿਹਦੇ ਉੱਪਰ ਪਰਮਾਤਮਾ ਦੀ ਨਜ਼ਰ ਨਹੀਂ ਹੈ। ਸਾਰਿਆਂ ਦੇ ਵੱਲ ਹੀ ਵੇਖਦਾ ਪਿਆ। ਕੁਝ ਇਹੋ ਜਿਹੇ ਕੀੜੇ ਮਕੌੜੇ ਨੇ ਜਿਹੜੇ ਸਾਨੂੰ ਇਹਨਾਂ ਅੱਖਾਂ ਨਾਲ ਨਹੀਂ ਦਿਸਦੇ। ਵੱਖਰਾ ਇੱਕ ਲੈਂਜ ਲੈ ਕੇ ਉਹਦੇ ਨਾਲ ਵੇਖਣਾ ਪੈਂਦਾ, ਪਰ ਪਰਮਾਤਮਾ ਨੂੰ ਉਹ ਵੀ ਦਿਸਦੇ ਪਏ ਨੇ। ਇੰਨੀ ਉਹਦੀ ਬਰੀਕ ਨਜ਼ਰ ਹੈ, ਜਿਹੜੇ ਸਾਨੂੰ ਨਹੀਂ ਦਿਖਦੇ ਪਰਮਾਤਮਾ ਨੂੰ ਉਹ ਵੀ ਦਿਸਦੇ ਪਏ। ਮਹਾਰਾਜ ਕਹਿਣ ਲੱਗੇ, ਜਿੰਨੇ ਸਰੀਰ ਨੇ, ਵੱਡੇ ਨੇ ਛੋਟੇ ਨੇ, ਸਾਰਿਆਂ ਨੂੰ ਤੂੰ ਵੇਖਦਾ ਪਿਆ ਹੈ। ਭੇਖ ਦਾ ਦੂਜਾ ਅਰਥ ਵਿਦਵਾਨਾਂ ਨੇ ਇਹ ਵੀ ਕੀਤਾ ਕਰਮ। ਐ ਪ੍ਰਮਾਤਮਾ ਤੇਰੇ ਬਿਨਾ ਇਹੋ ਜਿਹਾ ਕਰਮ ਕੋਈ ਹੈ ਹੀ ਨਹੀਂ ਜਿਹੜਾ ਕੋਈ ਮਨੁੱਖ ਕਰ ਸਕੇ। ਜਿੰਨੇ ਆਪਾਂ ਕਰਮ ਕਰਦੇ ਹਾਂ ਸਾਰਿਆਂ ਕਰਮਾਂ ਦੇ ਉੱਪਰ ਤੇਰੀ ਨਜ਼ਰ ਹੈ। ਵੇਖਦਾ ਪਿਆ ਕਿਹੜਾ ਬੰਦਾ ਕੀ ਕਰਦਾ, ਕਿਹੜਾ ਕੀ ਕਰਦਾ। ਭੇਖ ਦਾ ਤੀਜਾ ਅਰਥ ਵਿਦਵਾਨਾਂ ਨੇ ਕੀਤਾ ਲਿਬਾਸ। ਭੇਖ ਜਿਵੇਂ ਜੋਗੀਆਂ ਦਾ ਭੇਖ ਵੱਖਰਾ, ਭਗਵੇਂ ਕੱਪੜੇ ਪਾਉਂਦੇ, ਜੈਨੀਆਂ ਦਾ ਵੱਖਰਾ, ਬੋਧੀਆਂ ਦਾ ਵੱਖਰਾ, ਨਾਗਿਆਂ ਦਾ ਵੱਖਰਾ, ਸੰਨਿਆਸੀਆਂ ਦਾ ਵੱਖਰਾ। ਭੇਖ ਨੇ ਨਾ ਵੱਖੋ ਵੱਖਰੇ। ਐ ਪ੍ਰਮਾਤਮਾ ਉਹਨਾਂ ਭੇਖਾਂ ਦੇ ਉੱਪਰ ਵੀ ਤੇਰੀ ਨਜ਼ਰ ਹੀ ਹੈ। ਤੂੰ ਵੇਖਦਾ ਪਿਆ ਵੀ ਜੋਗੀ ਕੀ ਕਰਦੇ, ਸੰਨਿਆਸੀ ਕੀ ਕਰਦੇ, ਬ੍ਰਹਮਚਾਰੀ ਕੀ ਕਰਦੇ। ਜਿੰਨੇ ਭੇਖ ਬਣੇ ਨੇ ਸਭ ਦੇ ਉੱਪਰ ਤੇਰੀ ਨਜ਼ਰ ਹੈ। ਤੂੰ ਸਾਰਿਆਂ ਨੂੰ ਵੇਖਦਾ ਹੈ, ਸਾਰਿਆਂ ਦੇ ਉੱਪਰ ਤੇਰੀ ਕਿਰਪਾ ਹੈ। तेरी वडियाई तू है जाना। ਤੇਰੀ ਵੱਡੀ ਵਡਿਆਈ ਹੈ, ਉਸ ਵਡਿਆਈ ਨੂੰ ਤੁਸੀਂ ਆਪ ਹੀ ਜਾਣਦੇ ਹੋ। सब तुदनो नित ध्याए। ਸਾਰੀ ਸ੍ਰਿਸ਼ਟੀ ਜਿਹੜੀ ਹੈ ਇਹ ਤੁਹਾਨੂੰ ਹੀ ਧਿਆਉਂਦੀ ਪਈ ਹੈ। ਭਾਵੇਂ ਕੋਈ ਗੁਪਤ ਹੈ, ਭਾਵੇਂ ਕੋਈ ਪ੍ਰਗਟ ਹੈ, ਸਾਰੇ ਤੁਹਾਨੂੰ ਧਿਆਉਂਦੇ ਹਨ। जिसनो तुद भावै तिसनो तू मेला। ਜਿਹੜਾ ਤੁਹਾਨੂੰ ਭਾ ਜਾਂਦਾ ਹੈ, ਚੰਗਾ ਲੱਗ ਜਾਂਦਾ ਹੈ, ਉਸ ਨੂੰ ਤੁਸੀਂ ਆਪਣੇ ਨਾਲ ਮੇਲ ਲੈਂਦੇ ਹੋ। जन नानक सो थाए पाए। ਗੁਰੂ ਰਾਮਦਾਸ ਪਾਤਸ਼ਾਹ ਕਹਿਣ ਲੱਗੇ, ਉਹਨਾਂ ਨੇ ਸਰੂਪ ਰੂਪੀ ਥਾਂ ਪਾ ਲਿਆ ਭਾਈ। ਜਿਹੜੇ ਤੁਹਾਨੂੰ ਭਾ ਗਏ ਨਾ, ਚੰਗੇ ਲੱਗਣ ਲੱਗ ਪਏ। ਤੇ ਸੰਗਤ ਵਿੱਚ ਆਪਾਂ ਆਏ ਆ ਚੰਗੇ ਲੱਗਣ ਵਾਸਤੇ, ਤਾਂ ਬੈਠੇ ਆ ਵੀ ਸਾਡੇ ਗੁਰੂ ਨੂੰ ਅਸੀਂ ਚੰਗੇ ਲੱਗੀਏ। ਅਸੀਂ ਗੁਰੂ ਦੇ ਕੋਲ ਸਾਬਤ ਸੂਰਤ ਹੋ ਕੇ ਬੈਠੀਏ ਵੀ ਮਹਾਰਾਜ ਜਿਹੋ ਜਿਹਾ ਤੁਸੀਂ ਸਾਨੂੰ ਸਰੀਰ ਦਿੱਤਾ, ਅਸੀਂ ਇਹਦੇ ਵਿੱਚ ਵਾਧਾ ਘਾਟਾ ਕੋਈ ਨਹੀਂ ਕੀਤਾ ਹੈ। ਅਸੀਂ ਤੁਹਾਡੀ ਰਜ਼ਾ ਵਿੱਚ ਰਾਜੀ ਹਾਂ। ਤੁਹਾਡਾ ਦਿੱਤਾ ਹੋਇਆ ਸਾਨੂੰ ਇਹ ਸਰੂਪ, ਇਹ ਸਰੀਰ ਚੰਗਾ ਲੱਗਦਾ ਹੈ। ਇਹਦੇ ਵਿੱਚ ਅਸੀਂ ਮਰਜ਼ੀ ਕੋਈ ਨਹੀਂ ਕੀਤੀ। ਮਰਜ਼ੀ ਕਰਨ ਤੋਂ ਮਤਲਬ ਇਹ ਹੁੰਦਾ ਹੈ ਵੀ ਜੋ ਪਰਮਾਤਮਾ ਨੇ ਦਿੱਤਾ ਸੀ ਉਹ ਠੀਕ ਨਹੀਂ, ਜੋ ਮੈਂ ਕੀਤਾ ਹੁਣ ਠੀਕ ਬਣਿਆ। ਕੱਟ ਲੈਂਦੇ ਨੇ, ਵੱਢ ਲੈਂਦੇ ਕੇਸਾਂ ਨੂੰ, ਕਈ ਤਰ੍ਹਾਂ ਦਾ ਨਕਸ਼ਾ ਬਣਾ ਲੈਂਦੇ, ਸਰੀਰ ਦਾ ਬਦਲ ਲੈਂਦੇ। ਬਦਲਿਆ ਤਾਂ ਜਾਂਦਾ ਵੀ ਸਾਨੂੰ ਉਹਦਾ ਕੀਤਾ ਮਨਜ਼ੂਰ ਨਹੀਂ ਹੈ, ਮੈਂ ਬਦਲ ਕੇ ਤੇ ਚੰਗਾ ਬਣਾ ਲਵਾਂ। ਪਰ ਨਹੀਂ, ਸੰਗਤ ਵਿੱਚ ਜੇ ਬੈਠੇ ਆ ਗੁਰੂ ਦਾ ਸਰੂਪ ਲੈ ਕੇ, ਇਹਦਾ ਭਾਵ ਇਹ ਹੈ ਵੀ ਮਹਾਰਾਜ ਜਿਹੋ ਜਿਹਾ ਸਾਨੂੰ ਤੁਸੀਂ ਸਰੂਪ ਦਿੱਤਾ ਹੈ ਨਾ, ਅਸੀਂ ਬਿਲਕੁਲ ਉਹੋ ਜਿਹਾ ਹੀ ਸਾਂਭ ਕੇ ਰੱਖਿਆ ਹੈ। ਇਹ ਮਾਲਕ ਦੀ ਵਫਾਦਾਰੀ ਹੈ। ਮਾਲਕ ਆਪਾਂ ਨੂੰ ਘਰ ਦੇ ਕੇ ਜਾਵੇ
ਤੇ ਆਪਾਂ ਉਸ ਘਰ ਨੂੰ ਵਿਗਾੜ ਦਈਏ, ਵਿੰਗਾ ਟੇਢਾ ਆਪਣੀ ਮਰਜ਼ੀ ਨਾਲ ਹੀ ਮਗਰੋਂ ਕਰਦੇ ਰਹੀਏ, ਫਿਰ ਮਾਲਕ ਆ ਕੇ ਖੁਸ਼ ਤੇ ਨਹੀਂ ਨਾ ਹੋਵੇਗਾ ਵੀ ਇਹਨੇ ਮੇਰੇ ਘਰ ਨੂੰ ਕਿਵੇਂ ਬਣਾ ਦਿੱਤਾ। ਮਾਲਕ ਦੀ ਖੁਸ਼ੀ ਤਾਂ ਵੀ ਜੀ ਉਸੇ ਤਰ੍ਹਾਂ ਉਹ ਘਰ ਸਾਂਭਿਆ ਰਵੇ, ਉਵੇਂ ਦਾ ਹੀ ਰਵੇ, ਤੇ ਫਿਰ ਖੁਸ਼ ਹੁੰਦਾ ਵੀ ਮੇਰੀ ਵਸਤੂ ਨੂੰ ਸਾਂਭਿਆ ਹੈ। ਇਹ ਸਰੀਰ ਘਰ ਵੀ ਤੇ ਪ੍ਰਮਾਤਮਾ ਨੇ ਦਿੱਤਾ, ਜਦੋਂ ਇਹਦੇ ਵਿੱਚ ਵਾਧਾ ਘਾਟਾ ਕਰੇਗਾ ਪ੍ਰਮਾਤਮਾ ਖੁਸ਼ ਕੋਈ ਨਹੀਂ ਹੋਵੇ, ਪਰ ਜਿਉਂਦਾ ਤਿਉਂ ਸਾਂਭ ਕੇ ਰੱਖੇਗਾ ਤੇ ਫਿਰ ਉਹ ਪ੍ਰਸੰਨ ਹੋ ਜਾਏਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿ ਜਨ ਨਾਨਕ ਸੋ ਥਾਏ ਪਾਏ, ਜਿਹੜੇ ਗੁਰਮੁਖ ਨੇ ਉਹ ਥਾਏ ਪੈਂਦੇ ਨੇ, ਉਹ ਸਫਲੇ ਹੋ ਜਾਂਦੇ। ਤੇ ਸਫਲੇ ਤਾਂ ਹੋਈਦਾ, ਥਾਏ ਤਾਂ ਪਈਦਾ ਜਦੋਂ ਗੁਰੂ ਨੂੰ ਚੰਗੇ ਲੱਗੀਏ, ਇਹ ਸੰਗਤ ਵਿੱਚ ਆਈਦਾ, ਗੁਰੂ ਨੂੰ ਚੰਗੇ ਲੱਗ ਜਾਈਏ, ਗੁਰੂ ਨੂੰ ਭਾ ਜਾਈਏ, ਤਾਂ ਸਾਨੂੰ ਇਹ ਦਾਤ ਪ੍ਰਾਪਤ ਹੋਵੇ। ਸੋਹੀ ਮਹੱਲਾ ਚੌਥਾ, ਜਿਨ ਕੇ ਅੰਤਰ ਵਸਿਆ ਮੇਰਾ ਹਰ ਹਰ। ਮਹਾਰਾਜ ਕਹਿਣ ਲੱਗੇ ਜਿਨ੍ਹਾਂ ਦੇ ਹਿਰਦੇ ਵਿੱਚ ਉਹ ਪ੍ਰਮਾਤਮਾ ਵਸਿਆ ਹੈ, ਤਿਨ ਕੇ ਸਭ ਰੋਗ ਉਹਨਾਂ ਗਵਾਏ। ਦੇ ਸਾਰੇ ਰੋਗ ਉਹਨੇ ਗਵਾਏ ਕਹੀਏ ਪਰੇ ਕਰ ਦਿੱਤੇ। ਜਿਨ੍ਹਾਂ ਦੇ ਅੰਦਰ ਵਸਿਆ ਤੇ ਗੁਰਮੁਖੋ ਸਾਰਿਆਂ ਦੇ ਅੰਦਰ ਹੀ ਹੈ, ਇਹੋ ਜਿਹਾ ਕੋਈ ਨਹੀਂ ਹੈ ਵੀ ਜਿਹਦੇ ਅੰਦਰ ਉਹ ਨਾ ਹੋਵੇ, ਪਰ ਗੱਲ ਇਹ ਹੈ ਜਿਹਦੇ ਅੰਦਰ ਉਹ ਪ੍ਰਗਟ ਹੋ ਗਿਆ, ਸਾਖਸ਼ਾਤ ਹੋ ਗਿਆ, ਉਹਦੇ ਸਾਰੇ ਰੋਗ ਉਹ ਦੁੱਖ ਗਵਾ ਦਿੰਦਾ ਹੈ। ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ। ਜਿਨ੍ਹਾਂ ਨੇ ਨਾਮ ਜਪਿਆ ਭਾਈ ਮੁਕਤ ਉਹ ਹੋਏ। ਜਦੋਂ ਮੁਕਤੀ ਦੀ ਗੱਲ ਆਵੇਗੀ ਨਾ ਗੁਰਬਾਣੀ ਵਿੱਚ ਵੀ ਮੁਕਤ ਹੋਣਾ ਜਾਂ ਮੁਕਤ ਹੋ ਗਿਆ, ਉਥੇ ਨਾਲ ਹੀ ਬਚਨ ਇਹ ਆਵੇਗਾ ਵੀ ਜਿਹਨੇ ਨਾਮ ਜਪਿਆ ਹੈ। ਗੁਰਬਾਣੀ ਇਸ ਗੱਲ ਨੂੰ ਮੰਨਦੀ ਹੈ ਕੇਵਲ ਇੱਕ ਨਾਮ ਹੈ ਜਿਹੜਾ ਤੁਹਾਨੂੰ ਮੁਕਤ ਕਰ ਸਕਦਾ। ਨਾਮ ਤੋਂ ਬਿਨਾ ਜਪ ਕਰ ਲਾ, ਤਪ ਕਰ ਲਾ, ਵਰਤ ਰੱਖ ਲਾ, ਪੁੰਨ ਦਾਨ ਕਰ ਲਾ, ਯਾਤਰਾ ਕਰ ਲਾ, ਜੋ ਮਰਜ਼ੀ ਕਰ ਲਾ, ਮੁਕਤੀ ਨਹੀਂ ਹੋ ਮਿਲਣੀ। ਬਾਕੀ ਧਰਮਾਂ ਵਿੱਚ ਇਹਨਾਂ ਚੀਜ਼ਾਂ ਦਾ ਫਲ ਲਿਖਿਆ, ਇਹ ਫਲ ਮਿਲੇਗਾ, ਇਹ ਫਲ ਮਿਲੇਗਾ, ਪਰ ਇਹ ਕਰਮ ਕਰਨ ਦੇ ਬਾਵਜੂਦ ਮੁਕਤੀ ਨਹੀਂ ਮਿਲਣੀ। ਮੁਕਤੀ ਮਿਲਣੀ ਕੇਵਲ ਨਾਮ ਜਪ ਕੇ। ਜਿੱਥੇ ਮੁਕਤੀ ਦੀ ਗੱਲ ਆਵੇਗੀ ਉੱਥੇ ਨਾਮ ਦੀ ਗੱਲ ਆਵੇਗੀ। ਮਹਾਰਾਜ ਕਹਿਣ ਲੱਗੇ ਕਿ ਸਤਿਗੁਰੂ ਪਾਤਸ਼ਾਹ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ। ਜਿਨ੍ਹਾਂ ਨੇ ਨਾਮ ਜਪਿਆ ਉਹ ਮੁਕਤ ਹੋ ਜਾਂਦੇ ਹਨ। ਤਿੰਨ ਪਵਿੱਤ ਪਰਮ ਪਦ ਪਾਏ। ਉਹਨਾਂ ਗੁਰਮੁਖਾਂ ਨੇ ਪਵਿੱਤਰ ਪਦਵੀ ਪਾ ਲਈ ਹੈ, ਵੱਡਾ ਪਦ ਪਾ ਲਿਆ। ਪਵਿੱਤਰ ਪਦਵੀ ਕੀ ਹੈ? ਪਰਮਾਤਮਾ ਦੀ ਪ੍ਰਾਪਤੀ, ਕਿਉਂਕਿ ਪਰਮਾਤਮਾ ਸਭ ਤੋਂ ਪਵਿੱਤਰ ਹੈ। ਉਸ ਪਵਿੱਤਰ ਸਰੀਰ ਨੂੰ, ਪਵਿੱਤਰ ਪਰਮਾਤਮਾ ਨੂੰ ਉਹ ਸਰੀਰ ਪ੍ਰਾਪਤ ਕਰ ਲੈਂਦੇ ਹਨ। ਮੇਰੇ RAM ਹਰ ਜਨ ਅਰੋਗ ਭਏ। ਮੇਰੇ ਰਾਮ ਜਿਹੜੇ ਹਰੀ ਦੇ ਜਨ ਬਣ ਗਏ ਨਾ, ਹਰੀ ਦੇ ਜਨ ਕੀ ਬਣਨਾ ਹੈ? ਜਿਹੜਾ ਉਹਦਾ ਨਾਮ ਜਪਣਾ ਹੈ। ਜਿਹੜੇ ਉਹਦੇ ਜਨ ਬਣ ਗਏ ਅਰੋਗ ਭੈ, ਉਹ ਰੋਗਾਂ ਤੋਂ ਰਹਿਤ ਅਰੋਗ ਹੋ ਗਏ। ਉਹਨਾਂ ਦੇ ਸਾਰੇ ਰੋਗ ਗਵਾਚ ਗਏ, ਪਰੇ ਹੋ ਗਏ, ਖਤਮ ਹੋ ਜਾਂਦੇ ਹਨ। ਗੁਰ ਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ। ਗੁਰਾਂ ਦੇ ਬਚਨਾਂ ਕਰਕੇ ਜਿਨ੍ਹਾਂ ਨੇ ਵਾਹਿਗੁਰੂ ਵਾਹਿਗੁਰੂ ਜਪਿਆ ਹੈ, ਕਿਉਂਕਿ ਗੁਰੂ ਦੇ ਬਚਨ ਹੀ ਨੇ ਨਾ ਵੀ ਨਾਮ ਜਪਣਾ ਹੈ। ਜਿਹੜੇ ਗੁਰੂ ਤੇ ਦੱਸੇ ਹੋਏ ਰਸਤੇ ਤੇ ਚੱਲ ਪਏ ਨੇ, ਕਿ ਗੁਰੂ ਨੇ ਬਚਨ ਕੀਤਾ ਵੀ ਨਾਮ ਜਪਣਾ ਹੈ, ਜਿਹੜੇ ਗੁਰੂ ਦੇ ਕਹਿਣੇ ਵਿੱਚ ਚੱਲੇ ਕਹਿੰਦੇ ਉਹ ਨਾਮ ਜਪਦੇ ਹਨ। ਤਿਨ ਕੇ ਹਉਮੈ ਰੋਗ ਗਏ। ਨਾਮ ਜਪਣ ਵਾਲਿਆਂ ਦਾ ਹਉਮੈ ਦਾ ਰੋਗ ਚਲੇ ਜਾਂਦਾ। ਹਉ ਮੈਂ, ਇਹ ਹਉਮੈ ਹੈ, ਮੈਂ ਕੀਤਾ, ਹਉ ਕੀਤਾ ਹੈ। ਨਾਮ ਜਪਣ ਵਾਲਿਆਂ ਵਿੱਚ ਹਉਮੈ ਦਾ ਰੋਗ ਨਹੀਂ ਰਹਿੰਦਾ ਹੈ। ਨਾਮ ਤੋਂ ਬਿਨਾਂ ਜੇ ਵਰਤ ਰੱਖੇਗਾ ਹਉਮੈ ਹੈ, ਮੈਂ ਇੰਨੇ ਵਰਤ ਰੱਖੇ, ਮੈਂ ਇੰਨੀ ਯਾਤਰਾ ਕੀਤੀ, ਮੈਂ ਇੰਨੇ ਪੁੰਨ ਦਾਨ ਕਰ ਲਿਆ, ਗਿਣਤੀ ਵਿੱਚ ਆ ਗਿਆ, ਉਹਦੇ ਵਿੱਚ ਆ ਗਿਆ ਵੀ ਮੈਂ ਕੀਤੇ। ਸਤਿਗੁਰੂ ਕਹਿਣ ਲੱਗੇ ਨਾਮ ਦੀ ਕਮਾਈ ਇਹੋ ਜੀ ਹੈ, ਨਾਮ ਜਪੇਗਾ ਤੇ ਹਉਮੈ ਦਾ ਰੋਗ ਬੁੱਢੋ ਹੀ ਖਤਮ ਹੋ ਜਾਏਗਾ। ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ। ਹੂੰ ਤੋਂ ਭਾਵ ਮੈਂ ਮੇਰੀ ਹਉਮੈ ਹੰਕਾਰ ਇਹ ਰਹਿ ਨਹੀਂ ਗਿਆ ਮੇਰੇ ਵਿੱਚ। ਨਾਮ ਜਪ ਕੇ ਮੈਂ ਤੇਰਾ ਰੂਪ ਹੋ ਗਿਆ ਹਾਂ। ਰਹਾਉ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ। ਮਹਾਰਾਜ ਕਹਿਣ ਲੱਗੇ ਦੁਨੀਆ ਨੇ ਆਖਿਆ ਵੀ ਤਿੰਨ ਦੇਵਤੇ ਨੇ, ਇੱਕ ਬ੍ਰਹਮਾ ਹੈ, ਇੱਕ ਵਿਸ਼ਨੂੰ ਹੈ, ਇੱਕ ਸ਼ਿਵ ਜੀ ਹੈ। ਪਰ ਮਹਾਰਾਜ ਕਹਿਣ ਲੱਗੇ ਜਿਹੜੇ ਤਿੰਨ ਦੇਵਤੇ ਨਾ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ ਹਨ, ਇਹ ਤ੍ਰੈ ਗੁਣ ਰੋਗੀ। ਇਹ ਤਿੰਨਾਂ ਗੁਣਾਂ ਦੇ ਕਰਕੇ ਰੋਗੀ ਨੇ। ਰਜੋ ਗੁਣ, ਤਮੋ ਗੁਣ, ਸਤੋ ਗੁਣ।
ਇਹ ਤਿੰਨਾਂ ਗੁਣਾ ਕਰਕੇ ਦੇਵਤੇ ਵੀ ਰੋਗੀ ਨੇ। ਰੋਗ ਲੱਗਾ ਹੋਇਆ, ਕਿਸੇ ਨੂੰ ਗੁੱਸੇ ਦਾ ਰੋਗ ਹੈ, ਕਿਸੇ ਨੂੰ ਮੋਹ ਦਾ ਰੋਗ ਹੈ, ਕੋਈ ਨਾ ਕੋਈ ਰੋਗ, ਕੋਈ ਨਾ ਕੋਈ ਵਾਸ਼ਨਾ ਆਪਾਂ ਕਹਿ ਲਈਏ, ਵਿਕਾਰ ਕਹਿ ਲਈਏ, ਕੋਈ ਨਾ ਕੋਈ ਵਿਕਾਰ ਇਹਨਾਂ ਦੇਵਤਿਆਂ ਨੂੰ ਲੱਗਾ ਹੋਇਆ ਹੈ। ਵਿੱਚ ਹਉਮੈ ਕਾਰ ਕਮਾਈ, ਇਹ ਹਉਮੈ ਵਿੱਚ ਹੀ ਕੰਮ ਕਰਦੇ ਵੀ ਆਹ ਕੰਮ ਮੈਂ ਕੀਤਾ, ਮੈਂ ਵੱਡਾ ਦੇਵਤਾ। ਦੂਜਾ ਆਖਦਾ ਵੀ ਆਹ ਕੰਮ ਮੈਂ ਕੀਤਾ, ਮੈਂ ਵੱਡਾ ਦੇਵਤਾ। ਇਹ ਹਉਮੈ ਦੇ ਵਿੱਚ ਹੀ ਕਾਰ ਕਮਾਉਂਦੇ, ਕੰਮ ਕਰਦੇ। ਹਉਮੈ ਨਹੀਂ ਮਰਦੀ ਹੈ, ਤੇ ਹਉਮੈ ਕਰਕੇ ਫਿਰ ਕੋਈ ਨਾ ਕੋਈ ਕੰਮ ਇਹੋ ਜਿਹਾ ਹੋ ਜਾਂਦਾ ਜਿਹਦਾ ਫਿਰ ਅੱਗੇ ਫਲ ਵੀ ਭੁਗਤਣਾ ਪੈਂਦਾ ਹੈ। ਹਉਮੈ ਦੇ ਵਿੱਚ ਕਾਰਜ ਕਰਦੇ, ਹਉਮੈ ਦਾ ਕਾਰਜ ਕਰਕੇ ਫਿਰ ਉਸ ਕਾਰਜ ਨੂੰ ਭੁਗਤਦੇ ਵੀ ਪਏ। ਇਤਿਹਾਸ ਵਿੱਚ ਬਚਨ ਆ ਜਾਂਦਾ, ਨਾਰਦ ਮੁਨੀ ਜੀ ਨੇ ਆਖਿਆ ਜੀ ਮੈਨੂੰ ਹਰੀ ਦਾ ਰੂਪ ਦੇ ਦਿਓ। ਹਰੀ ਦਾ ਭਾਵ ਹੁੰਦਾ ਵੀ ਮੈਨੂੰ ਆਪਣਾ ਹੀ ਸਰੂਪ ਦੇ ਦਿਓ। ਹੁਣ ਮਾਨ ਹੈ ਵੀ ਮੇਰੇ ਵਰਗਾ ਇਹ ਕਿਵੇਂ ਬਣ ਜਾਵੇ। ਵੈਸੇ ਤੇ ਰੱਬ ਦਾ ਤੇ ਰੱਬ ਦੇ ਭਗਤ ਦਾ ਫਰਕ ਕੋਈ ਨਹੀਂ ਹੁੰਦਾ, ਪਰ ਹਉਮੈ ਆ ਨਾ ਵੀ ਮੇਰੇ ਵਰਗਾ ਕਿਉਂ ਬਣ ਜਾਵੇ। ਕਹਿਣ ਲੱਗੇ ਠੀਕ ਹੈ ਤੂੰ ਹਰ ਬਣ ਜਾਵੇਂਗਾ। ਹਰ ਨਾਮ ਹੈ ਬਾਂਦਰ ਦਾ, ਬਾਂਦਰ ਬਣਾ ਦਿੱਤਾ, ਜਿਹੜਾ ਹਰ ਵੇਲੇ ਕਹਿੰਦਾ ਨਾਰਾਇਣ ਨਾਰਾਇਣ ਨਾਰਾਇਣ। ਨਾਰਾਇਣ ਨਾਮ ਤੇ ਪ੍ਰਮਾਤਮਾ ਦਾ ਹੀ ਹੈ ਨਾ। ਜਿਹੜਾ ਹਰ ਵੇਲੇ ਪ੍ਰਮਾਤਮਾ ਨੂੰ ਯਾਦ ਕਰ ਦਿੱਤਾ ਉਹਨੂੰ ਬਾਂਦਰ ਬਣਾ ਦਿੱਤਾ। ਬਣਾਇਆ ਕਿਉਂ? ਹਉਮੈ ਕਰਕੇ। ਤੇ ਜਦੋਂ ਉਹਨੂੰ ਹਕੀਕਤ ਦਾ ਪਤਾ ਲੱਗਾ ਵੀ ਚਾਰ ਬੰਦਿਆਂ ਵਿੱਚ ਮੇਰੀ ਬੇਇੱਜ਼ਤੀ ਹੋਈ ਹੈ, ਲੋਕਾਂ ਨੇ ਮੈਨੂੰ ਵਿਖੌਲ ਕੀਤਾ ਹੈ, ਵੀ ਵੇਖਣ ਨੂੰ ਤੇ ਇਨਸਾਨ ਲੱਗਦਾ ਪਰ ਕੰਮ ਤੇਰੇ ਬਾਂਦਰਾਂ ਵਾਲੇ। ਬੜਾ ਗੁੱਸਾ ਆਇਆ ਵੀ ਰੱਬਾ ਤੈਨੂੰ ਘਾਟਾ ਥੋੜੀ ਹੈ ਕਿਸੇ ਗੱਲ ਦਾ, ਤੂੰ ਮੈਨੂੰ ਸਰੂਪ ਨਹੀਂ ਦੇਣਾ ਤੇ ਜਵਾਬ ਦੇ ਦੇ ਭਾਈ। ਮੇਰੀ ਬੇਇੱਜ਼ਤੀ ਤੇ ਨਾ ਕਰਾ। ਚਾਰ ਬੰਦਿਆਂ ਦੇ ਸਾਹਮਣੇ ਬਾਂਦਰ ਦਾ ਮੂੰਹ ਲਾ ਦਿੱਤਾ ਹੈ। ਫਿਰ ਬਚਨ ਆਖਿਆ, ਕਹਿਣ ਲੱਗੇ ਰੱਬ ਦੇ ਭਗਤ ਨੂੰ ਨਾਰਾਇਣ ਨਾਰਾਇਣ ਕਹਿਣ ਵਾਲੇ ਦਾ ਤੂੰ ਐਸਾ ਅਪਮਾਨ ਕਰਵਾਇਆ, ਸਮਾਂ ਆਵੇਗਾ ਤੇਰਾ ਅਪਮਾਨ ਵੀ ਹੋਵੇਗਾ, ਤੂੰ ਇਸ ਕਰਮ ਦਾ ਫਲ ਭੋਗੇਗਾ। ਤੇ ਗੁਰਮੁਖੋ ਬਚਨ ਆ ਗਿਆ, ਕਹਿਣ ਲੱਗੇ ਰੋਵਹਿ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ। ਜਦੋਂ ਸਮਾਂ ਆਇਆ ਨਾ ਸੀਤਾ ਦਾ ਵਿਛੋੜਾ ਪਿਆ, ਤੇ ਫਿਰ ਬਾਂਦਰਾਂ ਨੇ ਜਾ ਕੇ ਆਖਿਆ ਵੀ ਹੁਣ, ਤੇ ਫਿਰ ਭਜਨ ਕਰਨਾ ਪਿਆ ਜੀ ਸਾਡੀ ਮਦਦ ਕਰੋ, ਤੇ ਸਾਡਾ ਇਹ ਜਿਹੜਾ ਕਰਮ ਹੈ, ਇਹ ਜਿਹੜੀ ਮੁਸੀਬਤ ਹੈ, ਇਹਨੂੰ ਆਪਾਂ ਹੱਲ ਕਰੀਏ ਮਿਲ ਕੇ। ਤੇ ਫਿਰ ਬਾਂਦਰਾਂ ਦੀ ਮਦਦ ਦੇ ਨਾਲ ਉਹ ਜੰਗ ਕਰਕੇ ਸਾਰਾ ਇਤਿਹਾਸ ਆਪਾਂ ਪੜ੍ਹਿਆ ਸੁਣਿਆ ਹੈ। ਕਹਿਣ ਤੋਂ ਭਾਵ ਜਦੋਂ ਬੰਦੇ ਵਿੱਚ ਹਉਮੈ ਆ ਜਾਂਦੀ, ਭਾਵੇਂ ਬੰਦਾ ਹੈ ਤੇ ਭਾਵੇਂ ਦੇਵਤਾ ਹੈ, ਉਹ ਫਿਰ ਕੋਈ ਨਾ ਕੋਈ ਕੰਮ ਪੁੱਠਾ ਹੀ ਕਰਦਾ, ਗਲਤ ਹੀ ਕਰਦਾ। ਤੇ ਗਲਤ ਕੰਮ ਦੇ ਫਿਰ ਸਿੱਟੇ ਜਿਹੜੇ ਨੇ ਨਤੀਜੇ ਉਹ ਗਲਤ ਹੀ ਨਿਕਲਿਆ ਕਰਦੇ। ਮਹਾਰਾਜ ਕਹਿਣ ਲੱਗੇ ਵੀ ਹੈ ਤੇ ਤਿੰਨੇ ਦੇਵਤੇ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ ਜਿਹੜੇ ਨੇ, ਪਰ ਹਉਮੈ ਦਾ ਰੋਗ ਹੋਣ ਕਰਕੇ ਇਹ ਤ੍ਰੈਗੁਣ ਰੋਗੀ ਨੇ। ਇਸ ਕਰਕੇ ਹਉਮੈ ਵਿੱਚ ਕਈ ਤਰ੍ਹਾਂ ਦੇ ਕਰਮ ਕਰਦੇ ਹਨ। ਜਿਨ ਕੀਏ ਤਿਸੇ ਨਾ ਚੇਤੇ ਬਪੁੜੇ। ਗੁਰੂ ਰਾਮਦਾਸ ਮਹਾਰਾਜ ਨੇ ਇਹਨਾਂ ਨੂੰ ਬਪੜੇ ਲਿਖਿਆ। ਬਪੜੇ ਤੋਂ ਭਾਵ ਹੁੰਦਾ ਵਿਚਾਰੇ। ਕਹਿਣ ਲੱਗੇ ਵਿਚਾਰੇ ਦੇਵਤੇ ਕੀ ਨੇ ਰੱਬ ਦੇ ਅੱਗੇ, ਖੁਦਾ ਦੇ ਅੱਗੇ। ਜਿਨ ਕੀਏ, ਜਿਨੇ ਉਹ ਇਹ ਪੈਦਾ ਕੀਤੇ ਨਾ ਦੇਵਤੇ, ਤਿਸੇ ਨਾ ਚੇਤੇ, ਇਹ ਉਹਨੂੰ ਨਹੀਂ ਚਿਤਵਦੇ। ਮਹਾਰਾਜ ਕਹਿਣ ਲੱਗੇ ਉਹ ਵੇਖੈ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹੋ ਵਡਾਨ ਆਦੇਸ਼ ਤਿਸੈ ਆਦੇਸ਼। ਪਰਮਾਤਮਾ ਤੇ ਦੇਵਤੇ ਵੀ ਵੇਖਦਾ ਪਿਆ, ਮਨੁੱਖ ਵੀ ਵੇਖਦਾ ਪਿਆ, ਪਰ ਪਰਮਾਤਮਾ ਨੂੰ ਨਾ ਮਨੁੱਖ ਵੇਖ ਸਕੇ ਨਾ ਦੇਵਤੇ ਵੇਖ ਸਕੇ। ਇਹ ਪਰਮਾਤਮਾ ਦਾ ਹੈਰਾਨ ਕਰਨ ਵਾਲਾ ਕੌਤਕ ਹੈ। ਸਤਿਗੁਰੂ ਕਹਿਣ ਲੱਗੇ ਜਿਨ ਕੀਏ ਤਿਸੇ ਨਾ ਚੇਤੇ ਬਪੁੜੇ। ਇਹ ਵਿਚਾਰੇ ਦੇਵਤੇ ਕੀ ਨੇ? ਜਿਹਨੇ ਪੈਦਾ ਕੀਤੇ ਉਹਦਾ ਚਿੰਤਨ ਨਹੀਂ ਕਰਦੇ ਹਨ। ਹਰ ਗੁਰਮੁਖ ਸੋਝੀ ਪਾਈ। ਗੁਰਮੁਖਾਂ ਨੂੰ ਇਹ ਸੋਝੀ ਦਿੱਤੀ ਹੈ। ਗੁਰਮੁਖ ਕਿਹੜੇ ਨੇ? ਜਿਨ੍ਹਾਂ ਦਾ ਮੁਖ ਗੁਰੂ ਵੱਲ ਹੋਇਆ। ਜਿਹਨੇ ਗੁਰੂ ਵੱਲ ਮੁਖ ਕੀਤਾ ਉਹਨੂੰ ਗਿਆਨ ਮਿਲਿਆ, ਗੁਰੂ ਨੇ ਸਮਝ ਦਿੱਤੀ ਹੈ ਭਾਈ ਨਾਮ ਜਪਿਆ ਕਰ। ਗੁਰਮੁਖਾਂ ਨੂੰ ਸਮਝ ਮਿਲੀ ਹੈ। ਹਉਮੈ ਰੋਗ ਸਭ ਜਗਤ ਵਿਆਪਿਆ। ਸਾਰੇ ਸੰਸਾਰ ਨੂੰ ਹਉਮੈ ਦਾ ਰੋਗ ਲੱਗਾ ਹੀ ਹੋਇਆ। ਕੋਈ ਨਹੀਂ ਇਹੋ ਜਿਹਾ ਬਚਿਆ ਹਉਮੈ ਦੇ ਰੋਗ ਤੋਂ। ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਕਰਦੇ ਕਹਿਣ ਲੱਗੇ ਮਾਇਆ ਐਸੀ ਮੋਹਣੀ ਭਾਈ, ਜੇਤੇ ਜੀ ਤੇਤੇ ਡਹਿਕਾਈ। ਇਹ ਮਾਇਆ ਦਾ ਮੋਹ ਹੀ ਇਹੋ ਜਿਹਾ ਹੈ ਕਿ ਮਾਇਆ ਮੋਹ ਰੂਪ ਹੋ ਕੇ ਸਾਰਿਆਂ ਨੂੰ ਲੱਗੀ ਹੈ।
ਜੇਤੇ ਜੀ, ਜਿੰਨੇ ਵੀ ਉਹਨੇ ਬਣਾਏ ਜੀਵ, ਚੇਤੇ ਡਹਿਕਾਈ, ਸਾਰਿਆਂ ਨੂੰ ਡਰਾ ਕੇ ਮਗਰ ਲਾਈ ਫਿਰਦੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਐਸੀ ਪ੍ਰਭਲੇ ਮਾਇਆ ਹੈ। ਤਿਨ ਕੋ ਜਨਮ ਮਰਨ ਦੁਖ ਭਾਰੀ। ਜਿਨ੍ਹਾਂ ਨੂੰ ਇਹ ਲੱਗਾ ਹੋਇਆ ਨਾ ਮੋਹ, ਉਹਨਾਂ ਨੂੰ ਫਿਰ ਜੰਮਣ ਮਰਨ ਦਾ ਭਾਰੀ ਦੁੱਖ ਵੀ ਲੱਗਾ ਹੋਇਆ, ਵਾਰ-ਵਾਰ ਜੰਮਦੇ ਮਰਦੇ ਰਹਿੰਦੇ ਹਨ। ਗੁਰ ਪ੍ਰਸਾਦੀ ਕੋ ਵਿਰਲਾ ਛੂਟਾ। ਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਹੀ ਇਹ 84 ਲੱਖ ਜੂਨਾਂ ਤੋਂ ਛੁੱਟਦਾ ਹੈ। ਤਿਸ ਜਨ ਕੋ ਹਉ ਬਲਿਹਾਰੀ। ਜਾਂ ਗੁਰੂ ਦੀ ਕਿਰਪਾ ਨਾਲ ਵਿਰਲਾ ਹੀ ਹੈ ਜਿਹੜੇ ਮਾਇਆ ਦੇ ਮੋਹ ਤੋਂ ਛੁੱਟੇ ਨੇ, ਉਹਨਾਂ ਤੋਂ ਗੁਰੂ ਬਲਿਹਾਰ ਜਾਂਦਾ, ਸਦਕੇ ਜਾਂਦਾ ਹੈ। ਜਿਨ ਸਿਰਸ ਸਾਜੀ ਸੋਈ ਹਰ ਜਾਣਾ। ਜਿਸ ਅਕਾਲ ਪੁਰਖ ਨੇ ਸ੍ਰਿਸ਼ਟੀ ਸਾਜੀ ਹੈ, ਥਾਏ ਪਰਥਾਏ ਸਾਰਿਆਂ ਨੂੰ ਉਹ ਜਾਣਦਾ, ਕਿਹਨੂੰ ਕੀ ਦੇਣਾ ਹੈ, ਕਿਹਨੂੰ ਕਿਵੇਂ ਪਾਲਣਾ ਹੈ, ਕਿਸ ਦੀ ਕਿਵੇਂ ਰੱਖਿਆ ਕਰਨੀ ਹੈ, ਸਭ ਕੁਝ ਜਾਣਦਾ ਹੈ। ਤਾ ਕਾ ਰੂਪ ਅਪਾਰੋ। ਉਹ ਅਪਾਰੋ ਪਾਰਾਵਾਰ ਤੋਂ ਰਹਿਤ ਪਰਮਾਤਮਾ, ਉਹਦਾ ਸੁੰਦਰ ਸਰੂਪ ਹੈ ਭਾਈ। ਇਹ ਸਾਰੀ ਕਾਇਨਾਤ ਵਿੱਚ ਉਹ ਸਮਾਇਆ ਹੋਇਆ ਹੈ। ਨਾਨਕ ਆਪੇ ਵੇਖ ਹਰ ਬਿਕਸਾ। ਮਹਾਰਾਜ ਕਹਿਣ ਲੱਗੇ ਉਹ ਪਰਮਾਤਮਾ ਬੜਾ ਸਮਰੱਥ ਹੈ। ਨਾਨਕ ਆਪੇ ਵੇਖ, ਸੰਸਾਰ ਦੀ ਖੇਡ ਨੂੰ ਆਪੇ ਹੀ ਵੇਖਦਾ ਪਿਆ। ਜਿਵੇਂ ਕੋਈ ਬਾਜੀਗਰ ਖੇਡ ਪਾਉਂਦਾ ਨਾ, ਖੇਡ ਵਿਖਾਉਂਦਾ ਪਿਆ, ਵੇਖਦਾ ਵੀ ਪਿਆ ਹੈ। ਕਹਿਣ ਲੱਗੇ ਉਹ ਪਰਮਾਤਮਾ ਵੀ ਆਪਣੀ ਖੇਡ ਨੂੰ ਪਹਿਲਾਂ ਬਣਾਉਂਦਾ ਹੈ, ਫਿਰ ਵੇਖਦਾ ਹੈ, ਫਿਰ ਵੇਖ ਕੇ ਮਹਾਰਾਜ ਕਹਿੰਦੇ ਹਰ ਬਿਗਸੈ। ਬਿਗਸੈ ਤੋਂ ਭਾਵ ਖੁਸ਼ ਹੋਣਾ। ਫਿਰ ਜਦੋਂ ਇਹ ਜੀਵ ਕਰਦੇ ਨੇ ਚੰਗੇ ਮਾੜੇ ਕੰਮ, ਬੜੀਆਂ ਬੜੀਆਂ ਯੋਜਨਾ ਬਣਾਉਂਦੇ, ਚਲਾਕੀਆਂ ਕਰਦੇ, ਉਹ ਫਿਰ ਵੇਖ ਕੇ ਇਹਨਾਂ ਦੇ ਕੰਮ ਤੇ ਖੁਸ਼ ਹੁੰਦਾ ਹੈ। ਗੁਰਮੁਖ ਬ੍ਰਹਮ ਵਿਚਾਰੋ। ਜਿਹੜੇ ਗੁਰਮੁਖ ਨੇ ਉਹ ਬ੍ਰਹਮ ਦੀ ਵਿਚਾਰ ਕਰਦੇ, ਬ੍ਰਹਮ ਦੀ ਹੀ ਚਿੰਤਨ ਕਰਦੇ, ਬ੍ਰਹਮ ਦੀ ਪ੍ਰਾਪਤੀ ਦਾ ਯਤਨ ਕਰਦੇ। ਇਹ ਗੁਰਮੁਖਾਂ ਦੀ ਅਵਸਥਾ ਹੈ। ਸੋਹੀ ਮਹੱਲਾ ਚੌਥਾ ਕੀਤਾ ਕਰਨਾ ਸਰਬ ਰਜਾਈ। ਮਹਾਰਾਜ ਕਹਿਣ ਲੱਗੇ ਉਹ ਜਿਹੜਾ ਰਜਾਈ ਪਰਮਾਤਮਾ ਹੈ, ਕੀਤਾ ਕਰਨਾ, ਕਰਨਾ ਕਹੀਏ ਪਰਪੰਚ ਸੰਸਾਰ, ਉਸ ਪਰਮਾਤਮਾ ਨੇ ਸੰਸਾਰ ਕੀਤਾ ਕਹੀਏ ਬਣਾਇਆ ਹੈ। ਰਜਾਈ ਨਾਮ ਪਰਮਾਤਮਾ ਦਾ। ਕਹਿਣ ਲੱਗੇ ਉਹ ਪਰਮਾਤਮਾ ਨੇ ਕਰਨਾ ਕਹੀਏ ਪਰਪੰਚ, ਇਹ ਜਿਹੜਾ ਪਰਪੰਚ ਸੰਸਾਰ ਇਸ ਨੂੰ ਕੀਤਾ ਕਹੀਏ ਬਣਾਇਆ ਹੈ। ਪਰਮਾਤਮਾ ਨੇ ਦੁਨੀਆ ਬਣਾਈ ਹੈ, ਫਿਰ ਬਖਸ਼ਿਸ਼ ਕਰਦੇ ਹਨ। ਕੀਤਾ ਕਰਨਾ ਸਰਬ ਰਜਾਈ। ਗੁਰੂ ਕਹਿਣ ਲੱਗੇ ਕੀਤਾ, ਕੀਤਾ ਤੋਂ ਭਾਵ ਪਹਿਲਾਂ, ਇਹ ਜਿਹੜੀ ਦੁਨੀਆ ਪਹਿਲਾਂ ਬਣ ਚੁੱਕੀ ਹੈ ਨਾ, ਉਹ ਵੀ ਪਰਮਾਤਮਾ ਨੇ ਬਣਾਈ ਹੈ। ਕਰਨਾ ਜਿਹੜੀ ਹੁਣ ਬਣਦੀ ਪਈ ਹੈ, ਇਹ ਵੀ ਉਹ ਆਪ ਹੀ ਬਣਾਉਂਦਾ ਪਿਆ ਹੈ। ਪਹਿਲਾਂ ਬਣਾਉਣ ਵਾਲਾ, ਹੁਣ ਬਣਾਉਣ ਵਾਲਾ ਵੀ ਆਪ ਹੈ। ਸਰਬ ਰਜਾਈ, ਜੋ ਕੁਝ ਹੁੰਦਾ ਪਿਆ ਉਹਦੀ ਰਜਾ ਵਿੱਚ ਹੈ, ਉਹਦੀ ਆਗਿਆ ਦੇ ਵਿੱਚ ਸਭ ਕੁਝ ਬਣਦਾ ਹੈ। ਕਿਛ ਕੀਚਾ ਜੇ ਕਰ ਸਕੀਆ। ਅਸੀਂ ਤੇ ਤਾਂ ਹੀ ਕੁਝ ਕਰੀਏ ਨਾ ਜੇ ਸਾਡਾ ਕੁਝ ਕੀਤਾ ਹੋਵੇ। ਜੇ ਕੁਝ ਕੀਤਾ ਮੇਰਾ ਆਪਣਾ ਹੋਵੇ ਤੇ ਮੈਂ ਤਾਂ ਹੀ ਕਰਾਂ, ਮੈਂ ਤੇ ਕੁਝ ਵੀ ਨਹੀਂ ਕਰ ਸਕਦਾ। ਉਹਦੇ ਹੁਕਮ ਤੋਂ ਬਿਨਾਂ ਤੇ ਪਤਾ ਨਹੀਂ ਹਿਲਦਾ ਹੈ। ਕਿਛ ਕੀਚੈ, ਅਸੀਂ ਕੀ ਕਰੀਏ, ਜੇ ਕਰ ਸਕੀਏ, ਜੇ ਕੁਝ ਕਰ ਸਕੀਏ ਤੇ ਤਾਂ ਹੀ ਕਰੀਏ ਨਾ, ਬਲਕਿ ਸਾਡਾ ਕੀਤਾ ਕੁਝ ਨਹੀਂ ਹੈ। ਆਪਣਾ ਕੀਤਾ ਕਿਛੂ ਨਾ ਹੋਵੇ। ਬੰਦੇ ਦਾ ਕੀਤਾ ਹੋਇਆ ਕੁਝ ਨਹੀਂ ਹੁੰਦਾ ਹੈ। ਜੋ ਹਰ ਭਾਵੈ ਤਿਉ ਰੱਖੀਐ। ਜਿਵੇਂ ਪਰਮਾਤਮਾ ਨੂੰ ਭਾਉਂਦਾ ਚੰਗਾ ਲੱਗਦਾ ਉਵੇਂ ਰੱਖਦਾ ਹੈ, ਕਿਸੇ ਨੂੰ ਕਿੱਥੇ ਕਿਸੇ ਨੂੰ ਕਿੱਥੇ। ਜਿਵੇਂ ਜਿਵੇਂ ਉਹਦਾ ਹੁਕਮ ਹੈ ਉਵੇਂ ਉਵੇਂ ਪਰਮਾਤਮਾ ਸਾਰਿਆਂ ਨੂੰ ਆਪੋ ਆਪਣੀ ਜਗ੍ਹਾ ਤੇ ਟਿਕਾ ਕੇ ਰੱਖਦਾ ਹੈ। ਮੇਰੇ ਹਰਿ ਜਿਉ ਸਭ ਕੋ ਤੇਰਾ ਵਸ। ਹਰਿ ਜੀ ਪਰਮਾਤਮਾ ਸਭ ਕੁਝ ਤੇਰੇ ਹੁਕਮ ਦੇ ਵਿੱਚ, ਤੇਰੇ ਵਸ ਵਿੱਚ ਹੈ। ਸਭ ਕੁਝ ਤੁਸੀਂ ਆਪ ਕਰਨ ਵਾਲੇ ਹੋ। ਅਸਾਂ ਜੋਰ ਨਹੀਂ ਜੇ ਕਿਛ ਕਰ ਹਮ ਸਾਕਾ। ਸਤਿਗੁਰੂ ਸਾਡੇ ਵਿੱਚ ਬਲ ਕੋਈ ਨਹੀਂ ਹੈ ਵੀ ਅਸੀਂ ਕੁਝ ਕਰ ਸਕੀਏ। ਮਹਾਰਾਜ ਨੇ ਤੇ ਇਹ ਵੀ ਆਖਿਆ ਗਾਵੈ ਕੋ ਤਾਨ ਹੋਵੇ ਕਿਸੈ ਤਾਨ। ਪਰਮਾਤਮਾ ਤੇਰੇ ਬਲ ਦਾ ਵਰਣਨ ਵੀ ਉਹੀ ਕਰ ਸਕਦਾ ਜਿਹਨੂੰ ਤੂੰ ਬਲ ਦੇਵੇਂ, ਤੇ ਜਿਹਦੇ ਵਿੱਚ ਬਲ ਹੀ ਨਾ ਹੋਵੇ ਉਹ ਕੀ ਕਰ ਸਕਦਾ ਹੈ। ਗੱਡੀ ਦੇ ਵਿੱਚ ਭਾਵੇਂ ਕਿੰਨਾ ਵੀ ਜ਼ੋਰ ਹੈ, ਪਰ ਗੱਡੀ ਵਿੱਚ ਤੇਲ ਪਾਵਾਂਗੇ ਤੇ ਤਾਂ ਹੀ ਉਹ ਜ਼ੋਰ ਵਿਖਾਵੇਗੀ, ਚੱਲੇਗੀ ਨਾ। ਉਹਦੇ ਵਿੱਚ ਤੇਲ ਹੀ ਨਾ ਹੋਵੇ, ਈਂਧਨ ਹੋਵੇ ਨਾ, ਤੇ ਉਹ ਵੱਡੀ ਜ਼ੋਰ ਵਾਲੀ ਗੱਡੀ ਵੀ ਕਾਹੇ ਜੋਗੀ, ਉਹਨੂੰ ਆਪ ਧੱਕਾ ਲਾਉਣਾ ਪੈਂਦਾ। ਸਤਿਗੁਰੂ ਬਖਸ਼ਿਸ਼ ਕਰਦੇ ਕਹਿਣ ਲੱਗੇ ਬਚਨ ਇਹ ਹੈ
ਕਿ ਸਤਿਗੁਰੂ ਸਾਡੇ ਵਿੱਚ ਜ਼ੋਰ ਕੋਈ ਨਹੀਂ ਹੈ, ਸਾਨੂੰ ਧੱਕਾ ਤੁਸੀਂ ਲਾਉਣਾ ਵੀ ਚੱਲ ਭਾਈ ਨਾਮ ਜਪ। ਇਹ ਤਾਕਤ ਤੁਸੀਂ ਸਾਨੂੰ ਦੇਣੀ ਹੈ, ਤਾਂ ਨਾਮ ਜਪਿਆ ਜਾਣਾ। ਗਾਵੇ ਕੋ ਤਾਨ, ਪਰਮਾਤਮਾ ਤੇਰੇ ਤਾਨ ਬਲ ਨੂੰ ਕੋਈ ਤਾਂ ਗਾ ਸਕਦਾ ਹੈ। ਹੋਵੇ ਕਿਸੇ ਤਾਨ, ਜੇ ਕਿਸੇ ਨੂੰ ਤੇਰਾ ਬਲ ਮਿਲੇ, ਤੇਰੀ ਤਾਕਤ ਮਿਲੇ, ਤੂੰ ਆ ਕੇ ਥਾਪੜਾ ਦੇਵੇਂ ਵੀ ਚੱਲ ਗੁਰਮੁਖਾ ਨਾਮ ਜਪ, ਇਹ ਤੂੰ ਸਮਰੱਥਾ ਦੇਵੇਂਗਾ ਤਾਂ ਜਪਿਆ ਜਾਣਾ, ਉਸ ਤਰ੍ਹਾਂ ਨਹੀਂ ਜਪਿਆ ਜਾਂਦਾ। ਭਾਵੇਂ ਸਰੀਰ ਸਾਡਾ ਕਿੰਨਾ ਵੀ ਤਗੜਾ ਕਿਉਂ ਨਾ ਹੋਵੇ, ਗੱਡੀ ਵਿੱਚ ਜ਼ੋਰ ਤੇ ਬੜਾ ਹੈ, ਇੰਜਨ ਉਹਦਾ ਬੜਾ ਪਾਵਰਫੁਲ ਹੈ, ਪਰ ਉਹ ਸਾਰੀ ਤਾਕਤ ਤਾਂ ਹੀ ਕੰਮ ਕਰੇਗੀ ਜੇ ਉਹਨੂੰ ਖੁਰਾਕ ਮਿਲੇਗੀ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅਸਾਂ ਜ਼ੋਰ ਕਿਛ ਨਾਹੀ, ਸਾਡੇ ਵਿੱਚ ਕੋਈ ਜ਼ੋਰ ਨਹੀਂ ਹੈ, ਕੋਈ ਬਲ ਨਹੀਂ ਹੈ। ਜੇ ਕਿਛ ਕਰ ਹਮ ਸਾਕੈ, ਵੀ ਜੋ ਅਸੀਂ ਕਰ ਸਕੀਏ, ਅਸੀਂ ਕੁਝ ਨਹੀਂ ਕਰ ਸਕਦੇ। ਹਾਂ ਜਿਉ ਭਾਵੈ ਤਿਵੈ ਬਖਸ਼, ਜਿਵੇਂ ਵੀ ਪਾਉਂਦਾ ਹੈ ਬਸ ਸਾਨੂੰ ਮਾਫ ਹੀ ਕਰਦੇ, ਅਸੀਂ ਹਿਸਾਬ ਕਿਤਾਬ ਵਿੱਚ ਨਹੀਂ ਪੈਂਦੇ। ਮਹਾਰਾਜ ਮੈਂ 1.25 ਮਹੀਨਾ ਤੜਕੇ ਉੱਠਿਆ, ਮੈਂ ਇੰਨੇ ਪਾਠ ਕੀਤੇ, ਮੈਂ ਇੰਨੇ ਲੰਗਰਾਂ 'ਚ ਭਾਂਡੇ ਮਾਂਜੇ, ਇੰਨੇ ਵਾਰੀ ਝਾੜੂ ਫੇਰਿਆ, ਉਹ ਮੇਰਾ ਹਿਸਾਬ ਦਿਓ ਕੱਢ ਕੇ ਕਿੱਥੇ ਹੈ? ਨਹੀਂ, ਮੈਂ ਹਿਸਾਬ ਕਿਤਾਬ ਵਿੱਚ ਨਹੀਂ ਪਵਾਂਗਾ, ਪਤਾ ਨਹੀਂ ਮੈਂ ਕੀਤੇ ਕਿ ਨਹੀਂ ਕੀਤੇ। ਮੇਰਾ ਤੇ ਤਰਲਾ ਇਹ ਹੈ ਵੀ ਇਸ ਵਾਰੀ ਮਾਫ ਕਰ ਦੇ, ਤੇ ਮਾਫ ਕਰਕੇ ਆਪਣੇ ਨਾਲ ਮਿਲਾ ਲਾ। ਸੋ ਇਹ ਮੇਰਾ ਤਰਲਾ ਹੈ। ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਵਜਲ ਫੇਰਾ, ਇਸ ਵਾਰੀ ਮਾਫ ਕਰ ਦਿਓ, ਆਪਣੇ ਨਾਲ ਮਿਲਾ ਲਓ, ਕਿਰਪਾ ਕਰੋ। ਰਹਾਓ ਸਭ ਜੀਓ ਪਿੰਡ ਦਿਆ ਤੁਧ ਆਪੇ, ਉਸ ਅਕਾਲ ਪੁਰਖ ਨੇ ਇਸ ਜੀਵ ਨੂੰ ਸਰੀਰ ਵੀ ਆਪ ਹੀ ਦਿੱਤਾ। ਇਸ ਸਰੀਰ ਨੂੰ ਅਸੀਂ ਆਪਣੀ ਪ੍ਰਾਪਰਟੀ ਸਮਝ ਲਿਆ, ਜਾਇਦਾਦ, ਪਰ ਹੈ ਨਹੀਂ ਸਾਡਾ। ਆਪਾਂ ਮੁੱਲ ਤੇ ਨਹੀਂ ਨਾ ਤਾਰਿਆ। ਤੁਸੀਂ ਇੱਕ ਨਿੱਕੀ ਜੀ ਵਸਤੂ ਦੁਕਾਨ ਤੋਂ ਲੈ ਕੇ ਆਉਣੀ ਹੈ, ਤੁਹਾਨੂੰ ਉਹਦਾ ਮੁੱਲ ਦੇਣਾ ਪਵੇਗਾ, ਅੱਜ ਨਹੀਂ ਤੇ ਕੱਲ, ਭਾਵੇਂ ਕਿਸ਼ਤਾਂ ਕਰਵਾ ਲਓ ਤੇ ਭਾਵੇਂ ਨਗਦ ਦੇ ਦਿਓ। ਪਰ ਸਰੀਰ ਦੀ ਨਾ ਅਸੀਂ ਕੋਈ ਕਿਸ਼ਤ ਤਾਰੀ ਹੈ, ਨਾ ਅਸੀਂ ਕੋਈ ਨਗਦ ਦਿੱਤਾ ਹੈ, ਬਿਲਕੁਲ ਫ੍ਰੀ ਮਿਲਿਆ ਪਰਮਾਤਮਾ ਦੇ ਵੱਲੋਂ। ਮਹਾਰਾਜ ਕਹਿਣ ਲੱਗੇ ਸਭ ਜੀਓ ਪਿੰਡ ਦੀਆ ਤੁਧ ਆਪੇ, ਤੁਸੀਂ ਆਪੇ ਹੀ ਇਸ ਜੀਵ ਨੂੰ ਇਹ ਪਿੰਡ ਸਰੀਰ ਦਿੱਤਾ ਹੈ, ਇਹ ਪਰਮਾਤਮਾ ਦੀ ਬਖਸ਼ਿਸ਼ ਮਿਹਰ ਹੋਈ ਹੈ, ਇਹ ਅਸੀਂ ਆਪਣੇ ਕੋਲੋਂ ਸਰੀਰ ਵੀ ਨਹੀਂ ਲੈ ਸਕੇ। ਹਾਂ ਤੁਧ ਆਪੇ ਕਾਰੇ ਲਾਇਆ, ਫਿਰ ਇਸ ਸਰੀਰ ਨੂੰ ਉਹਨੇ ਕੰਮ ਵੀ ਲਾਇਆ ਹੋਇਆ, ਮੱਥੇ ਤੇ ਲੇਖ ਲਿਖਿਆ ਵੀ ਇਹ ਬੰਦਾ ਇਹ ਕੰਮ ਕਰੇਗਾ। ਉਹਦੇ ਲਿਖੇ ਹੋਏ ਲੇਖ ਮੁਤਾਬਕ ਅਸੀਂ ਕੋਈ ਡਾਕਟਰ ਬਣ ਗਿਆ, ਕੋਈ ਇਸੇ ਤਰ੍ਹਾਂ ਡਰਾਈਵਰ ਬਣ ਗਿਆ, ਕੋਈ ਪਾਇਲਟ ਬਣਿਆ, ਕੋਈ ਨੌਕਰੀ ਤੇ ਲੱਗ ਗਿਆ, ਕੋਈ ਦਿਹਾੜੀ ਕਰਦਾ ਪਿਆ। ਸਾਰਿਆਂ ਨੂੰ ਤੁਸੀਂ ਕਰਮਾਂ ਦੇ ਮੁਤਾਬਕ ਕਿਸੇ ਨਾ ਕਿਸੇ ਕੰਮ ਲਾ ਦਿੱਤਾ ਹੈ। ਜਿਹਾ ਤੂੰ ਹੁਕਮ ਕਰੇ ਤੇ ਕੋ ਕਰਮ ਕਮਾਵਾ, ਜਿਸ ਤਰ੍ਹਾਂ ਦਾ ਤੁਸੀਂ ਹੁਕਮ ਕਰਦੇ ਹੋ ਬੰਦਾ ਕਰਮ ਉਹੋ ਜਿਹਾ ਹੀ ਕਰਦਾ ਹੈ, ਉਹੋ ਜਿਹੇ ਕਰਮ ਉਹਦੇ ਕੋਲੋਂ ਹੁੰਦੇ ਜਿਸ ਤਰ੍ਹਾਂ ਦਾ ਤੁਹਾਡਾ ਫਰਮਾਨ ਹੈ। ਜਿਹਾ ਤੂੰ ਧੁਰ ਲਿਖ ਪਾਇਆ, ਜਿਸ ਤਰ੍ਹਾਂ ਦਾ ਤੁਸੀਂ ਧੁਰ ਤੋਂ ਮੱਥੇ ਤੇ ਲੇਖ ਲਿਖਿਆ ਨਾ, ਉਸ ਤਰ੍ਹਾਂ ਦੇ ਇਹ ਜੀਵ ਕਰਮ ਕਰਦਾ ਹੈ। ਭਾਵੇਂ ਕਿਸ ਤਰ੍ਹਾਂ ਦੇ ਵੀ ਇਹ ਕਰਮ ਕਰਦਾ ਹੈ, ਸਾਰੇ ਕਰਮਾਂ ਦਾ ਲੇਖਾ ਜੋਖਾ ਤੁਹਾਡੇ ਕੋਲ ਹੈ। ਪੰਚ ਤਤ ਕਰ ਤੁਧ ਸਿਰਸ ਸਭ ਸਾਜੀ, ਅਸੀਂ ਆਖਦੇ ਹਾਂ ਵੀ ਆਹ ਕੰਮ ਮੈਂ ਕੀਤਾ ਹੈ। ਕੁਝ ਲੋਕ ਬੜੇ ਚਲਾਕ ਨੇ, ਮਨਮੋਹ ਕਹਿਣ ਲੱਗੇ ਨਹੀਂ ਰੱਬ ਕੁਝ ਨਹੀਂ ਕਰਦਾ। ਅੱਜ ਕੱਲ ਤੁਹਾਨੂੰ ਬਹੁਤੀਆਂ ਲਿਖਤਾਂ ਜਿਹੜੀਆਂ ਨਾਸਤਕ ਲੋਕਾਂ ਦੀਆਂ ਮਿਲਣਗੀਆਂ। ਰੱਬ ਕੌਣ ਹੁੰਦਾ? ਰੱਬ ਤੇ ਕੁਝ ਨਹੀਂ ਕਰਦਾ, ਜੋ ਕਰਦਾ ਬੰਦਾ ਕਰਦਾ। ਮਹਾਰਾਜ ਕਹਿਣ ਲੱਗੇ ਭਾਈ ਜੇ ਬੰਦਾ ਹੀ ਸਭ ਕੁਝ ਕਰਦਾ ਨਾ, ਬੰਦੇ ਦੇ ਵੱਸ ਵਿੱਚ, ਤੇ ਫਿਰ ਇੱਕ ਸਾਡਾ ਸਵਾਲ ਹੈ, ਉਹਦਾ ਕੋਈ ਜਵਾਬ ਦੇ ਕੇ ਵਿਖਾਓ। ਪੰਜ ਤਤ ਕਰ ਤੁਧ ਸ੍ਰਿਸ਼ਟ ਸਾਜੀ, ਇਹ ਜਿਹੜੀ ਸ੍ਰਿਸ਼ਟੀ ਹੈ ਇਹ 5 ਤੱਤਾਂ ਤੋਂ ਬਣੀ ਹੈ। ਅੱਗ, ਹਵਾ, ਪਾਣੀ, ਧਰਤੀ ਤੇ ਆਕਾਸ਼, ਇਹ 5 ਤੱਤ ਨੇ। 5 ਤੱਤਾਂ ਤੋਂ ਸ੍ਰਿਸ਼ਟੀ ਬਣੀ ਹੈ ਤੇ 5 ਤੱਤਾਂ ਤੋਂ ਸਰੀਰ ਬਣਿਆ। ਜੋ ਬ੍ਰਹਮੰਡੇ ਸੋਈ ਪਿੰਡੇ। 5 ਤੱਤ ਵੀ ਸ੍ਰਿਸ਼ਟੀ ਬਣਾਉਣ ਵਾਲੇ ਤੇ 5 ਤੱਤ ਹੀ ਸਰੀਰ ਬਣਾਉਣ ਵਾਲੇ। 5 ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ। ਮਹਾਰਾਜ ਕਹਿਣ ਲੱਗੇ ਬੰਦਿਆ ਜੇ ਤੇਰੇ ਵਿੱਚ ਤਾਕਤ ਹੈ ਨਾ, ਰੱਬ ਨੇ ਤੇ 5 ਤੱਤਾਂ ਦਾ ਸਰੀਰ ਵੀ ਬਣਾਇਆ ਤੇ 5 ਤੱਤਾਂ ਦੀ ਬਣਾਈ ਹੈ ਸ੍ਰਿਸ਼ਟੀ। ਪਰ ਸਾਡਾ ਸਵਾਲ ਇਹ ਹੈ ਕੋਈ ਸੇਵਾ ਕਰਿਓ ਜੇ ਕੁਛ ਕੀਤਾ ਹੋਵੇ। ਜੇ ਕੋਈ ਦੁਨੀਆ ਵਿੱਚ ਇਹ ਕਹਿੰਦਾ ਨਾ ਵੀ ਬੰਦਾ ਹੀ ਸਭ ਕੁਝ ਕਰਦਾ, ਤੇ ਸਾਰੀ ਦੁਨੀਆ ਦੇ ਬੰਦੇ ਮਿਲ ਕੇ ਇੱਕ 6ਵਾਂ ਤੱਤ ਬਣਾ ਕੇ ਵਿਖਾਓ ਵੀ 6ਵਾਂ ਤੱਤ ਕਿਵੇਂ ਬਣਾਈਦਾ।
ਪਰਮਾਤਮਾ ਨੇ ਤੇ 5 ਤੱਤ ਬਣਾਏ ਨੇ, ਸੰਸਾਰ ਵੀ ਬਣਾ ਦਿੱਤਾ, ਬੰਦੇ ਵੀ ਬਣਾ ਦਿੱਤੇ। ਬੰਦਾ ਆਖਦਾ ਵੀ ਜੋ ਕੁਝ ਕਰਦਾ ਉਹ ਬੰਦਾ ਹੀ ਕਰਦਾ, ਰੱਬ ਤੇ ਹੈ ਕੋਈ ਨਹੀਂ। ਜੇ ਰੱਬ ਹੈ ਨਹੀਂ ਤੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ 6ਵਾਂ ਤੱਤ ਪੈਦਾ ਕਰਕੇ ਵਿਖਾਓ। ਜੇ ਤੁਸੀਂ ਪੈਦਾ ਕਰ ਲਿਆ, ਮੰਨ ਲਿਆ ਜਾਵੇਗਾ ਵੀ ਬੰਦਾ ਹੀ ਸਭ ਕੁਝ ਕਰਦਾ ਹੈ। ਤੇ ਜੇ 6ਵਾਂ ਤੱਤ ਨਾ ਪੈਦਾ ਕਰ ਸਕੇ ਤੇ ਫਿਰ ਇਹ ਮੰਨਣਾ ਪਵੇਗਾ ਵੀ ਸਾਡੇ ਹੱਥ ਵਿੱਚ ਕੁਝ ਨਹੀਂ ਹੈ, ਜੋ ਕਰਦਾ ਉਹ ਪਰਮਾਤਮਾ ਹੈ। ਅੱਜ ਸਾਇੰਸ ਨੇ ਬੜੀ ਤਰੱਕੀ ਕਰ ਲਈ ਹੈ। ਅਸੀਂ ਹਜ਼ਾਰਾਂ ਮੀਲ ਦੂਰ ਬੈਠੇ ਇੱਕ ਦੂਜੇ ਨੂੰ ਸਾਹਮਣੇ ਰੱਖ ਕੇ ਫੋਟੋ ਵੇਖ ਕੇ, ਵੀਡੀਓ ਵੇਖ ਕੇ ਗੱਲ ਕਰ ਲੈਂਦੇ ਆ। ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਝੱਟ ਹੀ ਤੈਅ ਕਰ ਲੈਂਦੇ। ਬੜੀ ਤਰੱਕੀ ਹੋ ਗਈ ਹੈ। ਇੰਨੀ ਤਰੱਕੀ ਕਰਨ ਦੇ ਬਾਵਜੂਦ ਵੀ ਸਾਇੰਸ ਦੇ ਕੋਲੋਂ 6ਵਾਂ ਤੱਤ ਬਣਿਆ ਨਹੀਂ ਹੈ, ਔਰ ਬੰਨਾ ਵੀ ਨਹੀਂ ਹੈ। ਇਹ ਪਰਮਾਤਮਾ ਦੀ ਸਮਰੱਥਾ ਹੈ। ਕੋਈ 6ਵਾਂ ਕਰਿਓ ਜੇ ਕੁਛ ਕੀਤਾ ਹੋਵੇ। ਜੇ ਕੋਈ ਬੰਦਾ ਆਖਦਾ ਨਾ ਮੈਂ ਕਰ ਸਕਦਾ, ਕਰਾ ਸਕਦਾ, ਤੇ ਫਿਰ 6ਵਾਂ ਤੱਤ ਬਣਾ ਕੇ ਵਿਖਾ, ਪਤਾ ਲੱਗੇ ਵੀ ਤੇਰੇ ਹੱਥ ਵਿੱਚ ਕੁਝ ਹੈ। ਪਰ ਗੁਰਮੁਖੋ, ਨਾ ਕਿਸੇ ਤੋਂ ਇਹ ਬੰਨਾ, ਨਾ ਕੋਈ ਇਸ ਨੂੰ ਬਣਾ ਸਕਦਾ ਹੈ। ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੈ। ਇੱਕ ਨਾ ਤੂੰ ਤੇ ਸਤਿਗੁਰੂ ਮਿਲ ਗਏ ਨੇ, ਉਹਨਾਂ ਨੂੰ ਫਿਰ ਬੁਝਾਰਤ ਬੁਝਾ ਦਿੰਦੇ, ਸਮਝਾ ਦਿੰਦੇ ਹਨ। ਇੱਕ ਮਨਮੁਖ ਕਰੇ ਸਰੋਵੈ। ਇੱਕ ਮਨਮੁਖ ਹੋ ਨੇ ਪਾਪ ਕਰਮ ਪਹਿਲਾਂ ਕਰਦੇ ਨੇ। ਮਨਮੁਖ ਆਖਦਾ ਵੀ ਆਹ ਜੱਗ ਮਿੱਠਾ ਤੇ ਅਗਲਾ ਕਿਨ ਡਿੱਠਾ, ਖਾਈ ਚੱਲੋ ਪੀ ਚੱਲੋ ਨਜ਼ਾਰੇ ਲੋ, ਅੱਗੇ ਕਿੰਨੇ ਵੇਖਿਆ ਹੈ। ਇਹ ਮਨਮੁਖ ਦਾ ਲੱਛਣ ਹੈ। ਮਹਾਰਾਜ ਕਹਿਣ ਲੱਗੇ ਮਨਮੁਖ ਇੱਥੇ ਕੰਮ ਕਰਨ ਲੱਗਿਆ ਤੇ ਸੋਚਦਾ ਕੋਈ ਨਹੀਂ ਹੈ, ਪਰ ਅੱਗੇ ਜਦੋਂ ਜਾ ਕੇ ਫਿਰ ਜਮਾਂ ਦੇ ਡੰਡੇ ਵੱਜੇ ਫਿਰ ਉੱਥੇ ਰੋਵੇਗਾ ਵੀ ਹਾਏ ਬਚਾਓ, ਹਾਏ ਬਚਾਓ। ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ। ਉੱਥੇ ਹਾਏ ਹਾਏ ਤੋਂ ਫਿਰ ਕਿਸੇ ਨੇ ਬਚਾਉਣਾ ਨਹੀਂ ਹੈ, ਫਿਰ ਉੱਥੇ ਰੋਣਾ ਪੱਲੇ ਪੈਂਦਾ ਹੈ। ਹਰ ਕੀ ਵਡਿਆਈ ਹਉ ਆਖ ਨਾ ਸਾਕਾਂ। ਹਰੀ ਪਰਮੇਸ਼ਰ ਦੀ ਵਡਿਆਈ ਗੁਰੂ ਰਾਮਦਾਸ ਪਾਤਸ਼ਾਹ ਫਰਮਾਉਂਦੇ ਵੀ ਅਸੀਂ ਕਹਿ ਨਹੀਂ ਸਕਦੇ ਹਾਂ। ਓ ਮੂਰਖ ਮੁਗਧ ਨਿਚਾਣ। ਮੂਰਖ ਮੁਗਧ ਦੋਨੇ ਸ਼ਬਦਾਂ ਦਾ ਅਰਥ ਮੂਰਖ ਹੀ ਹੈ। ਮੁਗਧ ਵੀ ਮੂਰਖ ਨੂੰ ਹੀ ਆਖਿਆ ਜਾਂਦਾ ਹੈ। ਮਹਾਰਾਜ ਕਹਿਣ ਲੱਗੇ ਅਸੀਂ ਤੇ ਭਾਈ ਮੂਰਖਾਂ ਤੋਂ ਵੀ ਵੱਡੇ ਮੂਰਖ ਹਾਂ, ਤੇ ਨਿਚਾਨ ਕਹੀਏ ਨੀਚ ਕਰਮਾਂ ਦੇ ਕਰਨ ਵਾਲੇ, ਮਾੜੇ ਕਰਮਾਂ ਦੇ ਕਰਨ ਵਾਲੇ ਹਾਂ। ਐਸੀ ਸਾਡੀ ਹਾਲਤ ਹੈ। ਅਸੀਂ ਉਸ ਰੱਬ ਦੇ ਵੱਡੇ ਗੁਣਾਂ ਨੂੰ ਕਿਵੇਂ ਕਹਿਣਾ ਕਰੀਏ। ਜਨ ਨਾਨਕੋ ਹਰ ਬਖਸ਼ਲਾ ਮੇਰੇ ਸੁਆਮੀ। ਮਹਾਰਾਜ ਕਹਿਣ ਲੱਗੇ ਗੁਰੂ ਰਾਮਦਾਸ ਪਾਤਸ਼ਾਹ ਫਰਮਾਉਂਦੇ ਸਾਨੂੰ ਬਖਸ਼ ਲੈ ਐ ਮੇਰੇ ਸੁਆਮੀ ਮਾਲਕ, ਜਿਵੇਂ ਭੌਦਾ ਹੈ ਉਵੇਂ ਬਖਸ਼ ਲੈਣਾ ਕਰ। ਸਰਣਾਗਤ ਪਿਆ ਜਾਣ। ਮੈਂ ਅਜਾਨ ਬੇਸਮਝ, ਮੈਨੂੰ ਕੋਈ ਜਾਣਕਾਰੀ ਨਹੀਂ ਹੈ, ਮੈਨੂੰ ਕੋਈ ਸਮਝ ਨਹੀਂ ਹੈ, ਮੈਂ ਅਣਜਾਣ ਹਾਂ। ਮੈਂ ਆਪ ਜੀ ਦੀ ਸ਼ਰਨ ਵਿੱਚ ਆ ਕੇ ਪੈ ਗਿਆ, ਕਿਰਪਾ ਕਰਕੇ ਮੈਨੂੰ ਰੱਖ ਲਓ, ਮੈਨੂੰ ਬਚਾ ਲਓ, ਇਹ ਬੇਨਤੀ ਕਰਿਆ ਕਰ। ਜਨ ਨਾਨਕ ਹਰ ਬਖਸ਼ ਲੈ ਮੇਰੇ ਸੁਆਮੀ। ਮਹਾਰਾਜ ਕਹਿਣ ਲੱਗੇ ਸੁਆਮੀ ਮੈਨੂੰ ਬਖਸ਼ ਲੈ, ਮੈਂ ਤੁਹਾਡੀ ਸ਼ਰਨ ਵਿੱਚ ਪੈ ਗਿਆ, ਮੈਂ ਅਣਜਾਣ ਹਾਂ, ਬੇਸਮਝ ਹਾਂ। ਇਸ ਤਰ੍ਹਾਂ ਅਰਦਾਸ ਕਰਿਆ ਕਰ ਗੁਰੂ ਦੇ ਅੱਗੇ ਆ ਕੇ, ਤਾਂ ਤੇਰਾ ਭਲਾ ਹੋਣਾ ਹੈ। ਇੱਥੇ ਆ ਕੇ ਹਉਮੈ ਦਾ ਪ੍ਰਤੀਕ ਨਾ ਬਣਿਆ ਕਰ ਵੀ ਹਮ ਕੀਆ ਹਮ ਕਰਾਂਗੇ, ਆ ਮੈਂ ਕੀਤਾ, ਆ ਮੈਂ ਕਰਾਂਗਾ, ਮੇਰੇ ਬਿਨਾਂ ਤੇ ਹੋ ਹੀ ਨਹੀਂ ਸਕਦਾ, ਮੈਂ ਹੀ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ। ਇਹ ਬਚਨ ਗੁਰੂ ਦੇ ਸਾਹਮਣੇ ਨਹੀਂ ਕਰਨਾ ਹੈ। ਗੁਰੂ ਦੇ ਅੱਗੇ ਬਚਨ ਇਹ ਕਰਨਾ ਵੀ ਮੇਰੇ ਹੱਥ ਵਿੱਚ ਕੁਝ ਨਹੀਂ ਹੈ, ਮੇਰੇ ਹੱਥ ਤੇ ਪਹਿਲਾਂ ਹੀ ਖੜੇ ਹੋਏ ਨੇ, ਕਿਰਪਾ ਕਰਕੇ ਮੈਨੂੰ ਬਖਸ਼ ਲਓ, ਇਹ ਮੈਨੂੰ ਦਾਤ ਦਿਓ। ਸਤਿਗੁਰਾਂ ਨੇ ਅੰਮ੍ਰਿਤ ਵੇਲੇ ਅੰਮ੍ਰਿਤ ਉਪਦੇਸ਼ ਦੀ ਦਾਤ ਬਖਸ਼ੀ ਹੈ। ਇੱਥੇ ਆਪਾਂ 15 ਸ਼ਬਦ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਸਰਵਨ ਕਰ ਲਏ ਨੇ। ਅੱਗੋਂ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਬਾਣੀ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਨ ਕਰਾਂਗੇ। ਜੋ ਸੱਜਣ ਅਸੀਂ ਸੜੀਆਂ ਜੋਗਾ ਸਾਹਿਬ ਸੇ ਮੇਲੋ। ਹਰ ਕੀ ਵਡਿਆਈ ਹਉ ਆਖ ਨਾ ਸਾਕਾਂ, ਹਉ ਮੂਰਖ ਮੁਗਧ ਨਿਚਾਣ। ਜਨ ਨਾਨਕੋ ਹਰ ਬਖਸ਼ਲਾ ਮੇਰੇ ਸੁਆਮੀ, ਸਰਣਾਗਤ ਪਿਆ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।